ਵਾਹਿਗੁਰੂ ਸਾਹਿਬ ਜੀਓ। ਮਹਿਲਾ ਤੀਜਾ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛੁਤਾਹੇ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛੁਤਾਹੇ। ਨਾਨਕ ਸੱਚ ਰਤੇ, ਸੇ ਨਾ ਵਿਛੁੜਹਿ। ਸਤਿਗੁਰ ਸੇਵ ਸਮਾਹੇ। ਪੌੜੀ। ਤਿਸ ਮਿਲਿਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲਿਐ ਸਤਿਗੁਰ ਪ੍ਰੀਤਮੈ, ਜਿਨ ਹਉਮੈ ਵਿਚਹੁ ਮਾਰੀ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤਹੁ, ਰਾਮ ਨਾਮ ਭਉ ਜਲ ਬਿਖਤਾਰੀ। ਗੁਰ ਪੂਰੈ ਹਰਿ ਉਪਦੇਸਿਆ, ਗੁਰ ਵਿਟੜਿਆਹੁ ਹਉ ਸਦਵਾਰੀ। ਨਿਤ ਜਪਿਓ ਸੰਤਹੁ, ਰਾਮ ਨਾਮ ਭਉ ਜਲ ਬਿਖਤਾਰੀ। ਗੁਰ ਪੂਰੈ ਹਰ ਉਪਦੇਸਿਆ, ਗੁਰ ਵਿਟੜਹੁ ਹਉ ਸਦਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਹੀ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਡੇ ਸਾਰਿਆਂ ਜੀਆਂ ਵਾਸਤੇ ਜਿਹੜੇ ਸਥਾਨਕ ਤੌਰ 'ਤੇ ਇੱਥੇ ਹਾਜ਼ਰੀਆਂ ਭਰਨ ਆਉਂਦੇ ਨੇ, ਮਹਾਰਾਜ ਦਾ ਸਭ ਦਾ ਸਾਂਝਾ ਉਪਦੇਸ਼ ਪ੍ਰਾਪਤ ਹੋਇਆ। ਅਸੀਂ ਕਿਤੇ ਅਰਦਾਸ ਕਰ ਸਕੀਏ, ਸਾਡੇ ਹਿਰਦਿਆਂ 'ਚੋਂ ਇਹੋ ਜਿਹੇ ਭਾਵ ਨਿਕਲ ਸਕਣ, ਤੂੰ ਠਾਕੁਰ ਬੈਰਾਗੁਰੂ ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ।
ਕਿਤੇ ਸਾਡੇ ਮਨ 'ਚ ਖਿਆਲ ਬਣ ਜਾਣੇ, ਸੱਚੇ ਪਾਤਸ਼ਾਹ ਤੁਸੀਂ ਤਾਂ ਬਹੁਤ ਵੱਡੇ ਹੋ, ਸਾਗਰ ਹੋ, ਅਤੇ ਉਹ ਸਾਗਰ ਵੀ ਉਹ ਜੋ ਰਤਨਾਗਰ ਹੈ, ਰਤਨਾਂ ਦੇ ਨਾਲ, ਖਣਜਾਂ ਦੇ ਨਾਲ ਭਰਿਆ ਪਿਆ, ਪਰ ਅਸੀਂ ਬਹੁਤ ਛੋਟੇ ਜਿਹੇ ਹਾਂ। ਅੱਗੇ ਇੱਕ ਬਚਨ ਹੈ ਨਾ, ਇਤਨੇ ਕੁ ਲਾਹੌਰੀਆ, ਮੈਂ ਕੀ ਆ ਇੱਕ ਛੋਟੀ ਜਿਹੀ ਲਹਿਰ, ਇੱਕ ਬੂੰਦ ਮਾਤਰ। ਹਾਂ ਇਹ ਸੱਚ ਹੈ ਕਿ ਮੈਂ ਵੀ ਹਾਂ, ਪਰ ਇੱਕ ਬੂੰਦ ਮਾਤਰ, ਅਤੇ ਮੈਂ ਤੁਹਾਡਾ ਅੰਤ ਕਿੱਥੋਂ ਪਾ ਲੈਣਾ। ਬਸ ਮੈਨੂੰ ਤੇ ਆਪਣੇ ਵਿੱਚ ਸਮਾ ਲਓ। ਸ਼ਾਇਦ ਹਰ ਬੂੰਦ ਦਾ, ਹਰ ਨਦੀ ਦਰਿਆਓ ਦਾ ਇੱਕ ਹੀ ਭਾਵ ਹੁੰਦਾ ਕਿ ਸਾਗਰ ਸਾਨੂੰ ਆਪਣੇ ਵਿੱਚ ਸਮਾਈ ਦੇ ਦੇਵੇ, ਕਿਉਂਕਿ ਸਮਾਉਣ ਦੇ ਨਾਲ ਹੀ ਉਹ ਸਾਗਰ ਜਿੰਨੇ ਵੱਡੇ ਹੋ ਜਾਣੇ ਨੇ। ਭਗਤਾਂ ਦਾ ਵੀ ਇਹੀ ਖਿਆਲ ਹੁੰਦਾ ਹੈ, ਭਗਤ ਵੀ ਇਹੀ ਕਹਿੰਦੇ ਨੇ ਸਾਨੂੰ ਪ੍ਰਭੂ ਆਪਣੇ ਚਰਨਾਂ 'ਚ ਸਮਾ ਲਵੇ। ਅਸੀਂ ਗੁਰਸਿੱਖ ਵੀ ਇਹੀ ਮੰਨਦੇ ਹਾਂ, ਅਰਦਾਸਾਂ ਕਰਦੇ ਹਾਂ ਵੀ ਸੱਚਾ ਪਾਤਸ਼ਾਹ ਜੀ ਆਪਣੇ ਚਰਨਾਂ 'ਚ ਥਾਂ ਦੇਣਾ, ਆਪਣੇ ਚਰਨਾਂ 'ਚ ਥਾਂ ਦੇਣਾ, ਚਰਨਾਂ 'ਚ ਨਿਵਾਸ ਬਖਸ਼ਣਾ, ਚਰਨਾਂ 'ਚ ਸਮਾ ਲੈਣਾ। ਹਾਂ ਗਿਆਨੀ ਕਹਿੰਦੇ ਨੇ ਅਸੀਂ ਪ੍ਰਭੂ ਨੂੰ ਜਾਣਨਾ ਹੈ, ਗਿਆਨੀ ਕਹਿੰਦੇ ਨੇ ਪ੍ਰਭੂ ਨੂੰ ਜਾਣਨਾ ਹੈ, ਪਰ ਜਾਣ ਨਾ ਪਾਏ ਨਾ ਜਾਣ ਪਾਉਣਗੇ, ਕਿਉਂਕਿ ਜਾਣਨ ਵਾਸਤੇ ਅਲੱਗ ਰਹਿਣਾ ਪੈਂਦਾ ਹੈ ਅਤੇ ਮਿਲਣ ਵਾਸਤੇ ਦੂਰੀ ਮਿਟਾਉਣੀ ਪੈਂਦੀ ਹੈ। ਗਿਆਨੀ ਕਹਿੰਦੇ ਮੈਂ ਜਾਣਨਾ ਹੈ, ਇਸ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ। ਇਹ ਨਹੀਂ ਕਿ ਜਾਣਦੇ ਨਹੀਂ ਗੇ, ਕੁਛ ਨਾ ਕੁਛ ਅੰਸ਼, ਕੁਛ ਨਾ ਕੁਛ ਗਿਆਨੀ ਨੂੰ ਪਤਾ ਲੱਗਦਾ ਹੈ। ਖਬਰ ਤੇ ਗਿਆਨੀ ਦਿੰਦੇ ਨੇ, ਭਗਤ ਤੇ ਖਬਰ ਨਹੀਂ ਦਿੰਦੇ। ਭਗਤ ਤਾਂ ਮਿਲਦੇ ਨੇ ਅਤੇ ਮੁੜ ਕੇ ਵਾਪਸ ਕੌਣ ਆਉਂਦਾ ਹੈ, ਕਿ ਕਦੇ ਕੋਈ ਬੂੰਦ, ਕਦੇ ਕੋਈ ਨਦੀ ਸਾਗਰ ਨੂੰ ਮਿਲ ਕੇ ਵਾਪਸ ਆਈ ਹੈ। ਸਿਰਫ ਗਿਆਨੀ ਹੀ ਨੇ ਜੋ ਕਿਨਾਰੇ ਧੋ ਕੇ ਵਾਪਸ ਆਉਂਦੇ, ਫਿਰ ਕਹਿੰਦੇ ਹਾਂ ਜੀ ਇੱਦਾਂ ਦਾ, ਜੀ ਇੱਦਾਂ ਦਾ, ਇੱਦਾਂ ਦਾ। ਆਹ ਜਿਤਨੇ ਪ੍ਰਮਾਤਮਾ ਦੇ ਬਾਰੇ ਭਿੰਨ ਭੇਤ ਨੇ, ਗਿਆਨੀਆਂ ਦੇ ਪੈਦਾ ਕੀਤੇ ਨੇ, ਭਗਤਾਂ ਦੇ ਨਹੀਂ। ਭਗਤ ਇੱਕੋ ਕਹਿੰਦੇ ਭਈ ਇੱਕੋ ਹੈ ਭਾਈ, ਇੱਕੋ ਇੱਕੋ ਹੀ ਹੈ, ਬਸ ਉਹ 'ਚ ਜਾਓ ਅਤੇ ਮਿਲ ਜਾਓ। ਇਸੇ ਕਰਕੇ ਗਿਆਨੀ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਨਿਰੰਤਰ, ਔਰ ਗਿਆਨੀ ਹੀ ਹੌਲੀ ਹੌਲੀ ਤਰਕਾਂ ਵਿਤਰਕਾਂ 'ਚ ਸ਼ਾਂਤ ਕਰਦਾ ਕਰਦਾ ਵਿਗਿਆਨੀ ਬਣ ਜਾਂਦਾ ਹੈ। ਫਿਰ ਦੱਸਣ ਲੱਗ ਪੈਂਦਾ ਜੀ ਆਹ ਵੀ ਸਾਬਿਤ ਕਰ ਲਿਆ, ਆਹ ਵੀ ਸਾਬਿਤ ਮੈਂ ਕਰ ਲਿਆ, ਆਹ ਵੀ ਸਿੱਧ ਹੋ ਗਿਆ, ਆਹ ਵੀ ਸਿੱਧ ਹੋ ਗਿਆ। ਉਹ ਸਿਧਾਂਤ ਬਣਾਉਂਦਾ ਰਹਿੰਦਾ, ਸਿਧਾਂਤ ਤਲਾਸ਼ਦਾ ਰਹਿੰਦਾ, ਮਗਰ ਕੋਈ ਹੋਰ ਦੂਸਰਾ ਗਿਆਨੀ ਆਉਂਦਾ, ਉਹਦੇ ਸਿਧਾਂਤਾਂ ਨੂੰ ਕੱਟਦਾ ਜਾਂਦਾ, ਉਹਦੇ ਸਿਧਾਂਤਾਂ ਨੂੰ ਕੱਟਦਾ ਜਾਂਦਾ। ਭਗਤੀ ਐਸਾ ਨਹੀਂ ਕਰਦੀ, ਗੁਰਸਿੱਖੀ ਐਸਾ ਨਹੀਂ ਕਰਦੀ। ਇਹ ਕਹਿੰਦੇ ਸੀ ਜਾਣਨਾ ਨਹੀਂ ਹੈ, ਅਸੀਂ ਮਿਲਣਾ ਹੈ, ਕਿਉਂਕਿ ਇਹਨਾਂ ਆਨੰਦ ਅਤੇ ਮਿਲਾਪ ਦੇ ਵਿੱਚ ਹੈ ਨਾ। ਬਸ ਇਸੇ ਕਰਕੇ ਅਸੀਂ ਅਰਦਾਸ ਕਰਿਆ ਕਰੀਏ ਕਦੇ ਕਦੇ, ਮੇਲ ਲਿਹੋ ਦਿਆਲ ਢਾਏ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਔਰ ਇਹ ਵੀ ਨਹੀਂ ਕਿ ਮਿਲਾਪ ਤੋਂ ਪਹਿਲਾਂ ਜਾਣਾਂਗੇ ਨਹੀਂ, ਮਿਲਾਪ ਤੋਂ ਪਹਿਲਾਂ ਜਾਣਾਂਗੇ, ਪਰ ਜਾਣਨ ਤੋਂ ਬਾਅਦ ਕਿਸੇ ਨੂੰ ਦੱਸਣ ਦੀ ਯੋਗਤਾ ਸਾਡੇ 'ਚ ਨਹੀਂ ਰਹੇਗੀ, ਕਿਉਂਕਿ ਦੇਖਾਂਗੇ ਅਗਲੇ ਪਲ ਮਿਲ ਜਾਵਾਂਗੇ, ਅਗਲੇ ਪਲ ਅਸੀਂ ਨਹੀਂ ਹੋਵਾਂਗੇ। ਬਸ ਇਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜਾਣਨਾ ਕੀ ਐਸਾ ਨੇ, ਜਾਣਨਾ ਹੈ ਆਪਣੇ ਆਪ ਨੂੰ। ਜਦੋਂ ਆਪਣੇ ਆਪ ਨੂੰ ਜਾਣਨਾ ਹੈ ਅਤੇ ਆਪਣੇ ਆਪ ਨੂੰ ਜਾਣਨਾ ਸਭ ਤੋਂ ਕਠਿਨ ਹੋ ਜਾਂਦਾ ਹੈ, ਕਿਉਂਕਿ ਲੋਕ ਅਸੀਂ ਤੁਸੀਂ ਇੱਕ ਦੂਜੇ ਦੇ ਬਾਰੇ ਜਾਣਦੇ ਹਾਂ, ਆਪਣੇ ਬਾਰੇ ਨਹੀਂ ਜਾਣ ਪਾ ਰਹੇ। ਔਰ ਆਪਣੇ ਬਾਰੇ ਜਾਣਨ ਵਾਸਤੇ ਸਾਨੂੰ ਚੁੱਪ ਹੋਣਾ ਪੈਂਦਾ, ਸ਼ਾਂਤ ਹੋਣਾ ਪੈਂਦਾ ਆਪਣੇ ਬਾਰੇ, ਨਹੀਂ ਤਾਂ ਸੰਸਾਰ ਆਲੇ ਦੁਆਲੇ ਜੈਸੀਆਂ ਹਾਲਤਾਂ ਨੇ ਅਸੀਂ ਦੇਖ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਜੋ ਸ਼ਬਦ ਹੈ, ਇਸੇ ਕਰਕੇ ਸਵੈ ਪੜਚੋਲ ਕਰਾਉਂਦਾ ਹੈ, ਆਤਮ ਵਿਸ਼ਲੇਸ਼ਣ ਕਰਵਾਉਂਦਾ ਹੈ, ਆਪਣੇ ਆਪ ਨੂੰ ਜਾਣਨ ਦਾ ਹੀ ਗੱਲ ਕਰਦੇ ਨੇ। ਬਾਰ-ਬਾਰ ਕਹਿੰਦੇ ਨੇ ਆਪਣੇ ਆਪ ਨੂੰ ਜਾਣੋ। ਅਤੇ ਜੇ ਪੁੱਛਣਾ ਹੋਵੇ ਅਸੀਂ ਕੀ ਹਾਂ, ਅਤੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਤੂੰ ਆਹ ਜਾਣਨਾ ਹੈ। ਜਾਣਨ ਵਾਸਤੇ ਕੋਈ ਪੈਰਾਮੀਟਰ ਲਿਖਿਆ ਵੀ ਤੂੰ ਜੋਤ ਰੂਪ ਹੈ, ਜਾਣ ਆਪਣੇ ਆਪ ਨੂੰ ਕਿ ਤੂੰ ਜੋਤ ਸਰੂਪ ਹੈ।
ਅਸੀਂ ਅਜੇ ਜਾਣ ਪਾਏ ਮੈਂ ਗਿਆਨੀ ਹਾਂ, ਮੈਂ ਕਥਾਵਾਚਕ ਹਾਂ, ਮੈਂ ਕੀਰਤਨੀਆ ਹਾਂ, ਮੈਂ ਡਾਕਟਰ ਹਾਂ, ਮੈਂ ਵਕੀਲ ਹਾਂ, ਅਜੇ ਅਸੀਂ ਇਹ ਜਾਣ ਪਾਏ ਹਾਂ। ਪਰ ਅਸੀਂ ਜੋਤ ਰੂਪ ਹਾਂ, ਅਸੀਂ ਅਜੇ ਇਹ ਨਹੀਂ ਜਾਣ ਪਾਏ। ਇਹ ਜਾਣਨ ਵਾਸਤੇ ਸਾਨੂੰ ਗੁਰੂ ਕੀ ਬਾਣੀ ਨੂੰ ਪੜ੍ਹਦਿਆਂ ਸਮਝਣਾ ਪੈਣਾ ਹੈ। ਅਤੇ ਜਿਉਂ-ਜਿਉਂ ਸਮਝ ਆਏਗੀ ਤਾਂ ਫਿਰ ਹੌਲੀ ਹੌਲੀ ਜਾਣਾਂਗੇ। ਪਰ ਜਾਣ ਕੇ ਜਦੋਂ ਜਾਣਾਂਗੇ ਨਾ, ਫਿਰ ਦੱਸਣ ਜੋਗੇ ਨਹੀਂ ਰਹਾਂਗੇ, ਫਿਰ ਤੇ ਆਨੰਦ ਨਾਲ ਭਰ ਜਾਵਾਂਗੇ ਅਤੇ ਭਰੇ ਭਰੇ ਸਮਾ ਜਾਵਾਂਗੇ। ਪਰ ਜਦੋਂ ਤੱਕ ਅਸੀਂ ਜਾਣਦੇ ਆਲੇ ਦੁਆਲੇ, ਮਹਾਰਾਜ ਕਹਿੰਦੇ ਫਿਰ ਆਪਣੇ ਆਪ ਨੂੰ ਜਾਣਨਾ ਤੋਂ ਪਹਿਲਾਂ ਆਲਾ ਦੁਆਲਾ ਦੇਖ, ਤੇਰੀ ਹੈਸੀਅਤ ਕੀ ਹੈ, ਤੂੰ ਆਲੇ ਦੁਆਲੇ ਦੇ ਵਿੱਚ ਤੇਰੀ ਸਥਿਰਤਾ ਸਥਾਪਿਤਾ ਕੀ ਹੈ। ਅਤੇ ਆਲੇ ਦੁਆਲੇ ਦੇਖਦੇ ਹਾਂ ਕੀ ਪਤਾ ਲੱਗਦਾ, ਇੱਕ ਸੱਜਣ ਚੱਲੇ, ਕੋਈ ਤਿਆਰੀ 'ਚ ਬੈਠੇ ਨੇ, ਇੱਕ ਚੱਲ ਗਏ, ਇੱਕ ਚਲੇ ਗਏ। ਸੰਸਾਰ 'ਚ ਇਹੀ ਤਾਂ ਹੋ ਰਿਹਾ ਨਾ, ਚਲਾ ਚਲਾਈ ਦਾ ਮੇਲਾ ਹੈ ਨਾ। ਕਿਤੇ ਵੀ ਦੇਖ ਲਓ, ਕਿਸੇ ਪੱਧਰ 'ਤੇ ਵੀ ਦੇਖ ਲਓ, ਕੁਝ ਚਲੇ ਗਏ ਨੇ, ਕੁਝ ਤਿਆਰ ਹੋ ਰਹੇ ਨੇ। ਭਾਵੇਂ ਘਰ ਪਰਿਵਾਰ ਸੰਸਾਰ ਦੇ ਖੇਡਾਂ 'ਚ ਦੇਖ ਲਈਏ, ਭਾਵੇਂ ਵਪਾਰ ਵੱਲ ਦੇਖ ਲਈਏ, ਕੁਝ ਲੋਕ ਵਪਾਰ ਨੂੰ ਤੁਰ ਪਏ ਨੇ, ਕੁਝ ਪਹੁੰਚ ਗਏ ਨੇ, ਕੁਝ ਵਪਾਰ 'ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ, ਰਹਿੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਚਲੇ ਜਾਣ। ਮਹਾਰਾਜ ਕਹਿਣ ਲੱਗੇ ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਜਿਹੜੇ ਬਾਕੀ ਨੇ ਨਾ, ਉਹਨਾਂ ਵੀ ਚਲੇ ਹੀ ਜਾਣਾ, ਕਿਉਂਕਿ ਇੱਥੇ ਸਥਿਰ ਅਤੇ ਸਦੀਵ ਕਾਲ ਵਾਸਤੇ ਕੋਈ ਵੀ ਨਹੀਂ ਹੈ। ਜਿਹੜਾ ਵੀ ਆਇਆ ਹੈ ਸਾਰਿਆਂ ਚਲੇ ਜਾਣਾ। ਜੋ ਉਪਜਿਓ ਸੋ ਬਿਨਸ ਹੈ। ਇਸੇ ਕਰਕੇ ਕੱਲ੍ਹ ਦਾ ਜੋ ਵਿਚਾਰ ਕਿਤੇ ਸਮਝ ਆ ਸਕੇ, ਜੋ ਪਹਿਲਾ ਸ਼ਲੋਕ ਸੀ ਵੀ ਜਿਤਨਾ ਵੀ ਆਕਾਰ ਹੈ ਉਹ ਭੈ ਵਿੱਚ ਹੈ। ਇਹੀ ਭੈ ਹੈ ਆਕਾਰ ਨੂੰ ਕਿ ਮੇਰਾ ਵਿਨਾਸ਼ ਹੋ ਜਾਣਾ ਹੈ। ਸਾਡੇ ਸਾਰਿਆਂ ਦੇ ਅੰਦਰ ਵੀ ਤਾਂ ਇੱਕੋ ਹੀ ਭੈ ਹੈ ਨਾ ਕਿ ਮੈਨੂੰ ਮੌਤ ਨਾ ਆ ਜਾਏ, ਮੌਤ ਤੇ ਖ਼ਤਮ ਕਰ ਦੇਗੀ ਮੈਨੂੰ, ਮੈਂ ਮਰ ਨਾ ਜਾਵਾਂ। ਨਿੱਕੇ ਤੋਂ ਨਿੱਕੇ ਕੀਟ ਪਤੰਗ ਵਾਲੇ ਵੀ ਦੇਖਾਂਗੇ ਨਾ, ਉਹ ਵੀ ਮਰਨ ਤੋਂ ਡਰਦਾ ਪਿਆ। ਆ ਕਿਸੇ ਕੀੜੀ ਦੇ ਨੇੜੇ ਵੀ ਜ਼ੋਰ ਨਾਲ ਫੂਕ ਮਾਰ ਕੇ ਦੇਖੋਗੇ, ਉਹ ਵੀ ਥਰਥਰਾ ਕੇ ਭੱਜ ਜਾਏਗੀ, ਕਿਉਂਕਿ ਉਹਨੂੰ ਵੀ ਜਾਨ ਪਿਆਰੀ ਹੈ। ਕਿਸੇ ਹਾਥੀ ਦੇ ਨੇੜੇ ਵੀ ਇਹੋ ਜਿਹਾ ਖੜਕਾ ਤਕੜਾ ਹੋ ਜਾਏ, ਉਹ ਵੀ ਅੱਗੇ ਪਿੱਛੇ ਭੱਜਦਾ ਹੈ, ਉਹਨੂੰ ਵੀ ਜਾਨ ਪਿਆਰੀ ਹੈ। ਤਾਕਤ ਭਾਵੇਂ ਬਹੁਤ ਹੈ ਅਤੇ ਭਾਵੇਂ ਘੱਟ ਹੈ, ਕੋਈ ਮਾਇਨੇ ਨਹੀਂ ਰੱਖਦੀ, ਜਾਨ ਹਰ ਇੱਕ ਨੂੰ ਪਿਆਰੀ ਹੈ। ਕਿਉਂਕਿ ਜਾਨ ਦੇ ਅੰਦਰ ਇੱਕ ਗਿਆਨ ਹੈ। ਅੱਜ ਜੋ ਮੇਰੀ ਬਣਤਰ ਬਣੀ ਹੈ, ਜੋ ਮੈਨੂੰ ਸਰੀਰ ਮਿਲਿਆ, ਭਾਵੇਂ ਕੀੜੀ ਦਾ ਮਿਲਿਆ ਅਤੇ ਭਾਵੇਂ ਹਾਥੀ ਦਾ ਮਿਲਿਆ, ਆਖਰ ਮੇਰਾ ਕੋਈ ਵਜੂਦ ਹੈ, ਮੇਰੀ ਕੋਈ ਹੋਂਦ ਹੈ, ਅਤੇ ਮੇਰੇ ਮਰ ਜਾਣ ਦੇ ਨਾਲ ਮੇਰਾ ਵਜੂਦ ਖਤਮ ਹੋ ਜਾਏਗਾ। ਆ ਸੰਸਾਰ ਦੇ ਵਿੱਚ ਆ ਜਿਹਨੂੰ ਲੋਕ ਕਹਿੰਦੇ ਨੇ ਅਸੀਂ ਆਪਣੀ ਇੱਜ਼ਤ ਪ੍ਰਤਿਭਾ ਬਣਾਉਣ, ਕੀ ਆਪਣਾ ਵਜੂਦ ਇਹ 'ਤੇ ਕਾਇਮ ਕਰ ਰਹੇ ਨੇ, ਆਪਣੀ ਹੋਂਦ ਇਹ 'ਤੇ ਦੱਸ ਰਹੇ ਨੇ, ਹਾਈਲਾਈਟ ਹੋਣਾ, ਹੋਰ ਕੀ ਹੈ। ਆ ਲੋਕ ਭੱਜ ਭੱਜ ਕੇ ਕੈਮਰਿਆਂ ਦੇ ਅੱਗੇ ਕਿਉਂ ਆਉਂਦੇ ਨੇ? ਅੱਜ ਇੱਥੇ 4 ਬੰਦੇ ਖੜ੍ਹੇ ਨੇ, ਲੋਕ ਭੱਜ ਭੱਜ ਕੇ ਅੱਗੇ ਕਿਉਂ ਜਾਂਦੇ ਨੇ? ਮੇਰਾ ਵਜੂਦ ਹੈ, ਕੋਈ ਮੇਰੀ ਹੋਂਦ ਹੈ, ਮੈਂ ਵੀ ਹੈਗਾ। ਕਿਤੇ ਕੱਲ੍ਹ ਨੂੰ ਕਹੇ ਨਾ, ਦੇਖੋ ਜੀ ਮੇਰਾ ਸਮਾਗਮ ਸੀ, ਤੂੰ ਨਹੀਂ ਆਇਆ, ਅਤੇ ਦੱਸਣਾ ਪਏਗਾ ਨਾ ਮੈਂ ਆਇਆ ਸਾਂ। ਸਬੂਤ ਕੀ ਹੈ? ਦੇਖੋ ਜੀ ਮੇਰੀ ਫੋਟੋ ਹੈ, ਮੈਂ ਅੱਗੇ ਖੜ੍ਹਾ ਸਾਂ। ਅਤੇ ਜੇ ਕੋਈ ਬਿਲਕੁਲ ਪਿੱਛੇ ਖੜ੍ਹਾ ਹੋਵੇ ਜਿਸ 'ਤੇ ਕੋਈ ਸਬੂਤ ਨਾ ਹੋਵੇ, ਅਗਲਾ ਕਹਿੰਦਾ ਪਤਾ ਨਹੀਂ ਤੂੰ ਆਇਆ ਕਿ ਨਹੀਂ। ਅਸੀਂ ਆਪਣਾ ਵਜੂਦ ਸਥਾਪਿਤ ਕਰਨ ਲਈ, ਆਪਣੇ ਆਪਣੇ ਹੋਂਦ ਨੂੰ ਸਥਾਪਿਤ ਕਰਨ ਲਈ ਦੁਨੀਆ ਦੇ ਓੜ ਪੋੜ ਕਰਦੇ ਹਾਂ, ਝੂਠ ਤੇ ਸੱਚ ਬੋਲਦੇ ਹਾਂ, ਚੰਗੇ ਅਤੇ ਮੰਦੇ ਕਰਤੱਵ ਕਰਦੇ ਹਾਂ। ਕਈ ਵਾਰ ਅਸੀਂ ਆਪਣੀ ਇਸੇ ਹੀ ਪਹਿਚਾਣ ਨੂੰ ਸਥਾਪਿਤ ਕਰਦੇ ਕਰਦੇ ਗਲਤ ਕੰਮ ਕਰ ਜਾਂਦੇ ਹਾਂ। ਕਈ ਵਾਰ ਆਪਣੇ ਸਥਾਨ, ਇਸ ਪਹਿਚਾਣ ਨੂੰ ਸਥਾਪਿਤ ਕਰਦੇ ਕਰਦੇ ਪਵਿੱਤਰ ਅਤੇ ਨਿਰਮਲ ਥਾਵਾਂ ਦੀ ਪਵਿੱਤਰਤਾ ਵੀ ਭੰਗ ਕਰ ਬੈਠੇ ਹਾਂ। ਕਈ ਵਾਰ ਅਸੀਂ ਇੱਥੇ ਬੈਠੇ ਹੀ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਚੱਕਰ ਵਿੱਚ ਗੁਰੂ ਕੀ ਮਰਿਆਦਾ, ਗੁਰੂ ਕੀ ਸ਼ਾਨ ਦੀ ਉਲੰਘਣਾ ਕਰ ਬੈਠੇ ਹਾਂ। ਅਕਸਰ ਗਾਹੇ ਬਗਾਹੇ ਵੇਖਿਆ ਹੋਣਾ, ਜਦੋਂ ਇੱਥੇ ਕੋਈ ਵੱਡਾ ਨੇਤਾ ਆਇਆ ਹੋਵੇ ਅਤੇ ਫਿਰ ਦੇਖਣਾ ਸੰਸਾਰ ਦੇ ਲੋਕ ਕਿਵੇਂ ਗੁਰੂ ਦੀ ਮੱਤ ਅਤੇ ਗੁਰੂ ਨੂੰ ਛਿੱਕੇ ਟੰਗ ਦਿੰਦੇ ਨੇ। ਉਦੋਂ ਗੁਰੂ ਨੂੰ ਕੋਈ ਦਿਖਾਉਣਾ ਨਹੀਂ ਚਾਹੁੰਦਾ, ਬਸ ਦੱਸਣਾ ਹੁੰਦਾ ਉਸ ਲੀਡਰ ਨੂੰ, ਦੇਖੋ ਜੀ ਮੈਂ ਵੀ ਤੁਹਾਡੇ ਸਾਹਮਣੇ ਹਾਂ, ਮੈਂ ਵੀ ਨਾਲ ਹਾਂ। ਅਤੇ ਨਤੀਜਨ ਜੋ ਸਤਿਕਾਰ, ਸਨਮਾਨ, ਸੰਗਤ ਅਤੇ ਗੁਰੂ ਦਾ ਹੁੰਦਾ ਹੈ, ਉਹ ਪਤਾ ਹੀ ਨਹੀਂ ਕਿੱਥੇ ਰਹਿ ਜਾਂਦਾ ਹੈ।
ਅਕਸਰ ਗਾਹੇ ਬਗਾਹੇ ਦੂਰ ਕਿੱਥੇ, ਅਸੀਂ ਤੇ ਗੁਰਦੁਆਰਿਆਂ 'ਚ ਹੀ ਦੇਖਣਾ ਹੈ ਨਾ, ਇੱਥੇ ਹੀ ਦੇਖਦੇ ਆ। ਜਦੋਂ ਵੀ ਕੋਈ ਲੀਡਰ ਆਉਂਦਾ ਹੈ ਅਕਸਰ ਐਸਾ ਹੁੰਦਾ ਹੈ, ਉਦੋਂ ਹੀ ਗੁਰੂ ਕੀ ਬੇਅਦਬੀ ਹੁੰਦੀ ਹੈ। ਅਸੀਂ ਤਾਂ 2-4 ਘਟਨਾਵਾਂ ਦਾ ਸ਼ੋਰ ਸ਼ਰਾਬਾ ਮਚਾਇਆ ਹੈ ਨਾ। ਅਸੀਂ ਤਾਂ ਹਰ ਰੋਜ਼ ਹਰ ਐਸੇ ਸਮਾਗਮ 'ਤੇ ਜਿੱਥੇ VIP ਕਲਚਰ ਸਥਾਪਿਤ ਹੋ ਜਾਂਦਾ ਹੈ ਗੁਰੂ ਕੀ ਬੇਅਦਬੀਆਂ ਕਰਦੇ ਆ, ਰੋਜ਼ ਕੰਡ ਕਰਕੇ ਬਹਿ ਜਾਂਦੇ ਹਾਂ। ਖੈਰ, ਕਿਉਂਕਿ ਅਸੀਂ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹ ਰਹੇ, ਆਪਣੀ ਹੋਂਦ ਨੂੰ, ਮੈਂ ਵੀ ਕੁਛ ਹਾਂ। ਔਰ ਇਸੇ ਦਾ ਡਰ ਹੈ ਕਿ ਮੈਂ ਹਾਂ ਮੁੱਕੀ ਨਾ ਜਾਵਾਂ, ਲੋਕ ਭੁੱਲ ਹੀ ਨਾ ਜਾਂਦੇ ਹੁਣ। ਅਤੇ ਬਾਹਰ ਇਹੀ ਹੈ ਆਕਾਰ ਨੂੰ ਡਰ। ਅਸੀਂ ਆਪਣਾ ਇੱਕ ਆਕਾਰ ਬਣਾਇਆ, ਸੋਚ ਮੰਡਲ ਦਾ, ਸਰੀਰ ਮੰਡਲ ਦਾ, ਆਪਣੀ ਇੱਕ ਦੁਨੀਆ ਬਣਾਈ ਹੈ। ਕਿਤੇ ਉਹ ਟੁੱਟ ਨਾ ਜਾਏ, ਕਿਤੇ ਮੇਰੀ ਦੁਨੀਆ ਖਤਮ ਨਾ ਹੋ ਜਾਏ। ਬਹੁਤ ਅੱਗੇ ਜਾ ਕੇ ਇੱਕ ਬਚਨ ਪਾਠ ਕਰਦਿਆਂ ਮਿਲੇਗਾ, ਬਹੁਤ ਛੋਟਾ ਜਿਹਾ ਨਿੱਕੀ ਜਿਹੀ ਤੁਕ ਹੈ। ਮਹਾਰਾਜ ਸਾਹਿਬ ਕਹਿੰਦੇ ਨੇ, ਸਤਿਗੁਰੂ ਨਾਨਕ ਦਾ ਬਚਨ ਹੈ ਕਿ ਜਿਸ ਨੇ ਵੀ ਆਪਣੀ ਹੋਂਦ ਬਣਾਈ ਜਗਤ ਵਿੱਚ ਰਹਿ ਕੇ, ਜਿਸ ਨੇ ਆਪਣੀ ਹੋਂਦ ਨੂੰ ਸਥਾਪਿਤ ਕੀਤਾ, ਉਹ ਜਮ ਜ਼ਰੂਰ ਫੜੇਗਾ ਉਸ ਨੂੰ। ਐਸਾ ਹੈ ਹੀ ਨਹੀਂ ਕਿ ਜਮ ਛੱਡ ਦੇਵੇ। ਆਪਣੇ ਬਚਨ ਪੜ੍ਹਿਆ, ਹੋਂਦਾ ਫੜੀ ਅੱਗ ਨਾਨਕ ਜਾਣ, 4 ਹੀ ਲਫ਼ਜ਼ ਨੇ ਵੱਡੇ, ਹੋਂਦਾ ਫੜੀ ਅੱਗ ਨਾਨਕ ਜਾਣ। ਹੇ ਨਾਨਕ, ਸਾਨੂੰ ਮਹਾਰਾਜ ਕਹਿੰਦੇ ਨੇ, ਭਾਈ ਗੱਲ ਸੁਣ, ਪੱਕੀ ਗੱਲ ਬਣ ਲੈ, ਜਿਸ ਨੇ ਆਪਣੀ ਹੋਂਦ ਬਣਾਈ ਉਹ ਫੜਿਆ ਜਾਏਗਾ। ਅਤੇ ਜੰਮ ਫੜੇਗਾ, ਫਿਰ ਜੰਮ ਕੀ ਫੁੱਲਾਂ ਦੇ ਹਾਰ 'ਤੇ ਪਾਏਗਾ ਨਹੀਂ। ਇਹ ਸਾਨੂੰ ਚੇਤਾ ਰੱਖਣ ਵਾਲੀ ਗੱਲ ਹੈ ਨਾ, ਕਿ ਜਦੋਂ ਵੀ ਜੰਮ ਫੜੇਗਾ, ਜੰਮ ਫੁੱਲਾਂ ਦੇ ਹਾਰ ਸਾਡੇ ਗਲ ਨਹੀਂ ਪਾਏਗਾ। ਸਾਨੂੰ ਪਤਾ ਵੀ ਕਿ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜੰਮ ਕਾ ਠੇਂਗਾ ਫਿਰ ਸਹਿਆ ਨਹੀਂ ਜਾਣਾ। ਜੰਮ ਤੇ ਗਲ ਸੰਗਲ ਸਿਰ ਮਾਰੇ ਉਭੋ, ਉਹਨੇ ਤੇ ਗਲ ਸੰਗਲ ਹੀ ਪਾਉਣਾ। ਉਹਨੇ ਤੇ ਗਲ ਸੰਗਲ ਘੱਤ ਚਲਾਇਆ, ਖਿੱਚ ਕੇ ਰਾਹ ਪਾ ਲੈਣਾ। ਅਤੇ ਜੇ ਬਚਣਾ ਹੈ ਇਸ ਤੋਂ, ਤਾਂ ਫਿਰ ਕੋਸ਼ਿਸ਼ ਕਰੀਏ ਆਪਣੀ ਹੋਂਦ ਬਣਾਉਣ ਦੇ ਚੱਕਰ 'ਚ ਨਾ ਰਹੀਏ, ਗੁਰੂ ਦੇ ਪ੍ਰਤੀ ਪਿਆਰ ਬਣਾਉਣ ਦੇ ਚੱਕਰ 'ਚ ਪਈਏ। ਆਪਣੇ ਆਪ ਨੂੰ ਗੁਰੂ ਦੇ ਭਾਵ ਪਿਆਰ 'ਚ ਰੱਖੀ। ਸਤਿਗੁਰੂ ਨਾਨਕ ਕਹਿੰਦੇ, ਹੋਂਦਾ ਫੜੀ ਅੱਗ ਨਾਨਕ ਜਾਣ। ਪੁੱਛਿਆ ਮਹਾਰਾਜ ਫਿਰ ਕੀ ਕਰੀਏ? ਕਹਿਣ ਲੱਗੇ, ਨਾ ਹਾਓ। ਜੇ ਹਉਮੈ ਤੋਂ ਬਚ ਜਾਓਗੇ, ਇਸ ਆਪਣੇ ਮੈਂ ਦੇ ਚੱਕਰ ਤੋਂ ਬਚ ਜਾਓਗੇ, ਤੇ ਫਿਰ ਬਚੋਗੇ। ਨਾ ਹਾਓ ਨਾ ਮੈਂ ਜੂਨੀ ਪਾਣ, ਨਾ ਮੈਂ ਹਉ ਬਣਾਣਾ ਅਤੇ ਨਾ ਜੂਨਾ ਜਨਮਾਂ ਦੇ ਚੱਕਰ 'ਚ ਪੈਣਾ। ਅੱਜ ਕਿਤੇ ਸਾਡੀ ਗੱਲ ਸਮਝ ਆ ਜਾਏ, ਜਿਹੜਾ ਆਕਾਰ ਅਸੀਂ ਬਣਾ ਬੈਠੇ ਆਪਣੇ ਵਜੂਦ ਦਾ, ਉਹਦੇ ਖਤਮ ਹੋਣ ਦੇ ਡਰ ਹੈ। ਅਧਿਆਤਮ ਦੇ ਵਿੱਚ ਇਸੇ ਨੂੰ ਮਨ ਦਾ ਮਾਰਨਾ ਕਹਿੰਦੇ ਨੇ, ਕਿਉਂਕਿ ਸੰਸਾਰ ਦੀ ਗੱਲ ਤਾਂ ਇੱਥੇ ਚੱਲਦੀ ਹੈ, ਪਰ ਅਧਿਆਤਮ ਦੇ ਵਿੱਚ ਸਰੀਰ ਨਹੀਂ ਹੁੰਦਾ। ਅਧਿਆਤਮ ਦੇ ਵਿੱਚ ਮੈਂ ਹੁੰਦਾ ਹੈ, ਮੇਰਾ ਮਨ ਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਨੇ, ਇਸ ਮਨ ਨੂੰ ਮਾਰਨਾ ਹੈ। ਅਤੇ ਮਨ ਦਾ ਕਿਹੜਾ ਭਾਵ ਮਾਰਨਾ ਹੈ? ਮਨ ਦਾ ਮੈਂ ਵਾਲਾ ਪਾਸਾ ਮਾਰ ਦੇਣਾ। ਅਸੀਂ ਇਸ ਖਿਆਲ ਨੂੰ ਦ੍ਰਿੜ ਕਰ ਲੈਣਾ ਹੈ ਕਿ ਮੇਰੇ ਅੰਦਰ ਮੇਰੀ ਮੈਂ ਦਾ ਹਿੱਸਾ ਖਤਮ ਹੋ ਜਾਏ। ਭਗਤਾਂ ਦਾ ਬਚਨ ਸਾਡੀ ਸਮਝ ਆ ਜਾਏ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਤੱਕ ਮੈਂ ਇਹ ਬਣਾ ਕੇ ਰੱਖਿਆ ਕਿ ਮੈਂ ਜਾਪ ਕਰਦਾ, ਮੈਂ ਤਾਪ ਕਰਦਾ, ਦੇਖਿਆ ਮੈਂ ਕਥਾ ਬਹੁਤ ਚੰਗੀ ਕਰ ਲੈਣਾ, ਮੈਂ ਬਹੁਤ ਚੰਗੀ ਤਰ੍ਹਾਂ ਸੁਣ ਲੈਣਾ, ਅਸੀਂ ਇਹੀ ਖਿਆਲ ਅਗਰ ਬਣਾ ਲਿਆ ਕਿ ਮੈਂ ਤਾਂ ਸੁਣਦਾ ਬੜੇ ਧਿਆਨ ਦੇ ਨਾਲ ਹਾਂ, ਮੈਂ ਤਾਂ ਕਰਦਾ ਬੜਾ ਬਹੁਤ ਵਧੀਆ ਕਥਾ, ਅਤੇ ਖਿਮਾ ਕਰਨਾ, ਤਬ ਤੂੰ ਨਾਹੀਂ। ਉਹਨੇ ਨਹੀਂ ਆਉਣਾ। ਜਿਸ ਨੂੰ ਬੁਲਾ ਰਹੇ ਹਾਂ, ਜਿਸ ਦੇ ਕੋਲ ਬੈਠੇ ਹਾਂ, ਉਹਨੇ ਝਾਤ ਨਹੀਂ ਪਾਉਣੀ। ਜਬ ਹਮ ਹੋਤੇ ਤਬ ਤੂੰ ਨਾਹੀਂ। ਅਤੇ ਥੋੜ੍ਹੀ ਦੇਰ ਬਾਅਦ ਜਾਣਨਾ ਕਿ ਇਹ ਅਬ ਤੂੰ ਹੀ, ਇਹ ਜਾਣਨਾ ਸਾਨੇ, ਅਬ ਤੂੰ ਹੀ ਮੈਂ ਨਾਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅਸਾਂ ਇੱਥੇ ਪਹੁੰਚਣਾ ਹੈ। ਅਤੇ ਇੱਥੇ ਤਾਂ ਹੀ ਸਮਝ ਆਏਗੀ ਜੇ ਆਲੇ ਦੁਆਲੇ ਨੂੰ ਦੇਖ ਲਵਾਂਗੇ। ਤਾਂ ਹੀ ਮਹਾਰਾਜ ਕਹਿੰਦੇ ਨੇ, ਗੌਰ ਨਾ ਦੇਖ, ਤੂੰ ਆਪਣੇ ਆਪ ਨੂੰ ਭਾਵੇਂ ਸੋਨੇ ਦੇ ਸਿੰਘਾਸਨ 'ਤੇ ਬਿਠਾ ਲੈ, ਅਤੇ ਭਾਵੇਂ ਰਾਜਗਰਦੀ ਦੇ ਕਿਸੇ ਵੱਡੇ ਮੁਕਾਮ 'ਤੇ ਪਹੁੰਚ ਜਾ, ਆਖਰ ਤੂੰ ਕਿੰਨਾ ਕੁ ਚਿਰ ਹੈ। ਆ ਜਿਹੜੇ ਵੱਡੇ ਵੱਡੇ ਰਾਜਿਆਂ ਦੇ ਨਾਮ ਹੋਏ ਨੇ, ਕਿੰਨਾ ਕੁ ਚਿਰ ਧਰਤੀ 'ਤੇ ਰਾਜ ਕਰਦੇ ਰਹੇ ਨੇ, ਆਖਰ 'ਤੇ ਮਿਟ ਗਏ ਨਾ। ਇੱਕ ਸੱਜਣ ਚੱਲੇ, ਇੱਕ ਭਾਵ ਚੱਲਣ ਦੀ ਤਿਆਰੀ 'ਚ ਨੇ, ਇੱਕ ਚੱਲ ਗਏ,
ਇੱਕ ਤੇ ਚਲੇ ਵੀ ਗਏ, ਪਤਾ ਨਹੀਂ ਕਿੱਥੇ ਗਏ। ਆ ਕਦੇ ਕਦੇ ਪੜ੍ਹਦੇ ਨੇ ਅਸਾਂ ਭੇ ਉੱਥੇ ਜਾਣਾ, ਉਹ ਜਾਣਾ ਕਿੱਥੇ ਹੈ? ਜਿੱਥੇ ਸੱਜਣ ਚਲੇ ਗਏ, ਜਿੱਥੇ ਸਾਡੇ ਜਾਣ ਤੋਂ ਪਹਿਲਾਂ ਚਲੇ ਗਏ, ਉਹ ਚਲੇ ਗਏ, ਅਸਾਂ ਵੀ ਤਾਂ ਉੱਥੇ ਹੀ ਜਾਣਾ ਹੈ ਨਾ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਹੇ। ਅੜੇ ਬਾਕੀ ਬਚੇ ਅਸੀਂ ਕਿਹੜਾ ਬੈਠੇ ਰਹਿਣਾ ਹੈ। ਫਰੀਦਾ ਇੰਨੀ ਲੋੜਨੀ ਦੇਖਦਿਆਂ ਕੀਤੀ ਚੱਲ ਗਈ। ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਇੱਥੇ ਤੇ ਹਰ ਇੱਕ ਨੂੰ ਆਪੋ ਆਪਣੀ ਹੈ। ਸਮਾਜਿਕ ਧਾਰਾ ਦੇ ਵਿੱਚ ਵੀ ਆਪੋ ਆਪਣੀ ਜੇ, ਅਤੇ ਅਧਿਆਤਮਿਕ ਧਾਰਾ ਦੇ ਵਿੱਚ ਵੀ ਆਪੋ ਆਪਣੀ ਜੇ। ਬਸ ਸਮਾਜਿਕ ਧਾਰਾ ਦਾ ਅਸੀਂ ਦੋਸ਼ ਲਾਉਂਦੇ ਹਾਂ, ਦੇਖੋ ਜੀ ਸਭ ਸਵਾਰਥੀ ਨੇ, ਆਪੋ ਆਪਣਾ ਸੋਚਦੇ ਨੇ। ਅਤੇ ਚੇਤਨਾ ਅਧਿਆਤਮ ਦੇ ਵਿੱਚ ਵੀ ਤੇ ਆਪੋ ਆਪਣਾ ਹੀ ਸੋਚਦੇ ਨੇ ਨਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਦੋਂ ਗਲ ਰੱਸੀ ਪਈ ਹੁੰਦੀ, ਕੌਣ ਕਹਿੰਦਾ ਤੂੰ ਇਹ ਕਰ, ਨਹੀਂ, ਉਦੋਂ ਆਪਣਾ ਕੀਤਾ ਹੁੰਦਾ ਮਸਾਂ। ਸੰਸਾਰ ਇੱਦਾਂ ਹੀ ਤੁਰਿਆ ਜਾਂਦਾ ਹੈ। ਫਿਰ ਕੀ ਕਰੀਏ ਬਾਬਾ, ਇੱਥੋਂ ਤੇ ਸਭ ਤੁਰੇ ਜਾਂਦੇ ਨੇ, ਕੋਈ ਸੰਗੀ ਸਾਥੀ ਪੱਕਾ ਨਹੀਂ ਹੈ। ਇਹ ਤੇ ਦਰਿਆ ਦੇ ਵਹਿਣ ਵਾਂਗ ਪੁਲਾਂ ਦੇ ਕਿਨਾਰੇ, ਦਰਿਆਵਾਂ ਦੇ ਕਿਨਾਰੇ ਛੁੱਟਦੇ ਜਾਂਦੇ ਨੇ। ਸਾਡੇ ਹੱਥੋਂ, ਸਾਡੇ ਵਹਿੰਦਿਆਂ ਵਹਿੰਦਿਆਂ ਪਤਾ ਨਹੀਂ ਕਿਤਨੇ ਕੁ ਜੀ ਤੁਰ ਗਏ ਨੇ, ਅਤੇ ਕਿਤਨੇ ਕੁ ਜ਼ਿੰਦਗੀ ਦੇ ਮੁਕਾਮ ਸਾਡੇ ਤੋਂ ਪਿੱਛੇ ਰਹਿ ਗਏ ਨੇ। ਅਸੀਂ ਚਾਹ ਕੇ ਵੀ ਉਹਨਾਂ ਕਿਨਾਰਿਆਂ ਨੂੰ ਵਾਪਸ ਨਹੀਂ ਲਿਆ ਸਕਦੇ ਕਿ ਅਸੀਂ ਬਚਪਨ ਆਪਣਾ ਵਾਪਸ ਲੈਵਾਂਗੇ। ਬਹੁਤ ਚੰਗਾ ਸੀ, ਸ਼ਾਇਦ ਇਸੇ ਕਰਕੇ ਲੋਕ ਕਹਿੰਦੇ ਨੇ ਸਾਡਾ ਵਕਤ ਚੰਗਾ ਸੀ। ਅਤੇ ਹਰ ਵਿਅਕਤੀ ਕੀ ਕਹਿੰਦਾ ਹੈ? ਵਡੇਰਿਆਂ ਦਾ ਵਕਤ ਭਲਾ ਸੀ। ਪਤਾ ਕਿਉਂ ਗੁਜ਼ਰ ਗਿਆ ਅਤੇ ਵਾਪਸ ਆਉਣਾ ਕੋਈ ਨਹੀਂ, ਭਲਾ ਸੀ ਬਸ। ਫਿਰ ਕੀ ਕਰੀਏ? ਕਹਿਣ ਲੱਗੇ ਜਿਨੀ ਸਤਿਗੁਰ ਨਾ ਸੇਵਿਓ। ਇੱਕ ਚੇਤਾ ਰੱਖਣਾ, ਜਿਹੜੇ ਆਏ ਨੇ ਅਤੇ ਚਲੇ ਗਏ ਨੇ। ਅਸੀਂ ਆਏ ਹਾਂ, ਅਸਾਂ ਚਲੇ ਜਾਣਾ। ਹੁਣ ਸਾਰਿਆਂ ਦੇ ਵਿੱਚੋਂ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਸਿਮਰਨ ਨਹੀਂ ਕੀਤਾ, ਸੇ ਆਏ ਗਏ ਪਛਤਾਹੇ। ਉਹ ਆਏ ਨੇ, ਇੱਥੇ ਪਛਤਾਉਂਦੇ ਨੇ, ਅਤੇ ਜਾਂਦੇ ਤਾਂ ਵੀ ਪਛਤਾਉਂਦੇ ਹੀ ਨੇ। ਸਾਡੇ ਮਨਾਂ ਨੂੰ ਕਿਤੇ ਕੋਈ ਝਾਤ ਕੇ ਦੇਖੇ। ਆ ਜਿਹੜੇ ਅੱਜ ਕੱਲ੍ਹ ਸਾਈਕੋਲੋਜਿਸਟ ਬੈਠੇ ਹੁੰਦੇ ਨਾ, ਇਹ ਸਾਡੇ ਮਨਾਂ ਦੀ ਸਟੱਡੀ ਕਰਦੇ ਨੇ। ਜਿਵੇਂ ਸੰਤ ਸਾਡੇ ਆਤਮਾ ਰੂਹਾਂ ਦੀ ਸਟੱਡੀ ਕਰ ਲੈਂਦਾ ਹੈ, ਉਹ ਦੇਖਦੇ ਹਾਂ ਸਾਡੇ ਅੰਦਰ ਪਛਾਣ ਲੈਂਦਾ ਤੇਰੀ ਰੂਹ 'ਤੇ ਕਿਤਨਾ ਕੁ ਪਾਪਾਂ ਦਾ ਬੋਝ ਹੈ, ਕਿਤਨੀ ਕੁ ਕੁਰਲਾਂਦੀ ਪਈ ਹੈ, ਕਿਤਨਾ ਕੁ ਖੇੜਾ ਤੇਰੇ ਕੋਲ ਹੈ। ਇਹ ਮੰਨਦੇ ਨੇ ਕਿ ਸਾਡੇ ਅੰਦਰ ਤਮਾਮ ਪ੍ਰਕਾਰ ਦੇ ਪਛਤਾਵੇ ਭਰੇ ਪਏ ਨੇ। ਅਤੇ ਪੁੱਛੀ ਪਛਤਾਵੇ ਕਾਹਦੇ ਨੇ? ਜਿਹੜੇ ਕੰਮ ਅਸੀਂ ਨਹੀਂ ਕਰ ਸਕੇ ਉਹਨਾਂ ਦਾ ਪਛਤਾਵੇ ਸਾਡੇ ਅੰਦਰ ਭਰੇ ਨੇ। ਕਿਸੇ ਵੀ ਮਨੁੱਖ ਨੂੰ ਹੌਲੀ 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 ਉਹਦੇ ਮਨ ਤੱਕ ਪਹੁੰਚ ਜਾਈਏ ਅਤੇ ਪੁੱਛਣ ਲੱਗੇ ਵੀ ਉਦਾਸ ਕਿਉਂ ਹੈ, ਕਿ ਜੇ ਕੁਛ ਨਹੀਂ ਠੀਕ ਤੇ ਆ। ਫਿਰ ਹੌਲੀ ਹੌਲੀ ਦੱਸਣ ਲੱਗੇ ਪੈਂਦਾ, ਮੈਂ ਆਹ ਕਰਨਾ ਚਾਹੁੰਦਾ ਸਾਂ ਨਹੀਂ ਕੀਤਾ, ਮੈਂ ਬਣਨਾ ਚਾਹੁੰਦਾ ਸਾਂ ਨਹੀਂ ਬਣ ਪਾਇਆ, ਪੜ੍ਹਨਾ ਚਾਹੁੰਦਾ ਸਾਂ ਨਹੀਂ ਪੜ੍ਹ ਪਾਇਆ। ਕੋਈ ਮਾਪਿਆਂ 'ਤੇ ਦੋਸ਼ ਲਾ ਦੇਵੇਗਾ, ਕੋਈ ਸੰਗੀਆਂ ਸਾਥੀਆਂ 'ਤੇ ਦੋਸ਼ ਲਾ ਦੇਵੇਗਾ, ਕੋਈ ਹਾਲਾਤਾਂ 'ਤੇ ਦੋਸ਼ ਲਾ ਦੇਵੇਗਾ। ਦੋਸ਼ ਕਿਤੇ ਨਾ ਕਿਤੇ ਅਸੀਂ ਕਰ ਦੇਨੇ ਆ। ਅੱਜ ਵੀ ਜੇ ਸਾਨੂੰ ਤੁਹਾਨੂੰ ਜਿਹੜੇ ਵਡੇਰੀ 50 ਕੁ ਸਾਲ ਤੋਂ ਉਮਰ ਟੱਪ ਗਏ ਨਾ, ਇਹਨੂੰ ਪੁੱਛ ਕੇ ਜੇ ਕੀ ਤੁਸੀਂ ਸੰਤੁਸ਼ਟ ਹੋ, ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਨਾਰਾ ਲੱਭ ਜਾਏਗਾ, ਨਹੀਂ ਆਹ ਕੰਮ ਬਾਕੀ ਰਹਿ ਗਿਆ, ਮੇਰਾ ਬੜਾ ਚਾਅ ਸੀ ਮੈਂ ਕਰ ਲੈਂਦਾ, ਬੜਾ ਚਾਅ ਸੀ ਮੈਂ, ਲੇਕਿਨ ਕਰ ਨਹੀਂ ਪਾਇਆ। ਜੇ ਇੱਥੇ ਪਛਤਾਵੇ ਥੋੜ੍ਹੇ ਥੋੜ੍ਹੇ ਸਾਡੇ ਅੰਦਰ ਬਾਕੀ ਨੇ ਨਾ, ਅਤੇ ਫਿਰ ਹੌਲੀ ਹੌਲੀ ਸਾਨੂੰ ਕੋਈ ਪੁੱਛੇ, ਚਲੋ ਦੁਨੀਆ ਦੇ ਕੰਮ ਤੂੰ ਨਹੀਂ ਕਰ ਪਾਇਆ, ਕਿਤੇ ਮਾਪਿਆਂ ਸਾਥ ਨਹੀਂ ਦਿੱਤਾ ਹੋਵੇਗਾ, ਕਿਤੇ ਭੈਣ ਭਰਾਵਾਂ ਨੇ ਸਾਥ ਨਹੀਂ ਦਿੱਤਾ ਹੋਵੇਗਾ, ਹੋ ਸਕਦਾ ਅੱਗੇ ਆ ਕੇ ਕਿਤੇ ਸੰਤਾਨ ਨੇ ਸਾਥ ਨਹੀਂ ਦਿੱਤਾ ਹੋਵੇਗਾ, ਤੇਰੇ ਕੋਲ ਬਹੁਤ ਸਾਰੇ ਕੰਮ ਡਿਊ ਰਹਿ ਕੇ ਪਛਤਾਵਾ ਰਹਿ ਗਿਆ। ਪਰ ਇਹ ਦੱਸ ਵੀ ਜਿਹੜਾ ਤੂੰ ਕੰਮ ਕਰਨਾ ਸੀ ਉਹ ਕੀਤਾ ਹੀ? ਤੂੰ ਸਿਮਰਨ ਕੀਤਾ ਹੀ? ਕਿ 50 ਸਾਲ ਤੋਂ ਵੱਧ ਉਮਰ ਗੁਜ਼ਾਰ ਲਈ ਉਹ ਕਿਸੇ ਨੇ ਇਹ 'ਚ ਤੇਰਾ ਸਾਥ, ਨਾ ਤੇ ਕਿਸੇ ਸਾਥ ਦੇਣਾ ਸੀ ਅਤੇ ਨਾ ਕਿਸੇ ਨੂੰ ਰੋਕਣਾ ਸੀ। ਸਮਾਜਿਕ ਧਾਰਾ ਦੇ ਵਿੱਚ ਹੋ ਸਕਦਾ ਸਾਨੂੰ ਕੋਈ ਸਾਥ ਮਿਲਦਾ ਅਤੇ ਅਸੀਂ ਪੜ੍ਹ ਲੈਂਦੇ, ਫਲਾਣਾ ਕੋਆਪਰੇਟ ਕਰਦਾ, ਫਲਾਣਾ ਕੋਆਪਰੇਟ ਕਰਦਾ ਅਤੇ ਅਸੀਂ ਆਹ ਕਰ ਲੈਂਦੇ। ਪਰ ਸਿਮਰਨ ਕਰਨ ਵਾਸਤੇ ਤਾਂ ਕਿਸੇ ਦੇ ਕੋਆਪਰੇਟ ਦੀ ਜ਼ਰੂਰਤ ਹੀ ਨਹੀਂ। ਉਹ ਤਾਂ ਜਪ ਤੂੰ ਕਰਨਾ ਸੀ ਨਾ, ਉਹ ਤਾਂ ਵਾਹਿਗੁਰੂ ਵਾਹਿਗੁਰੂ ਤੂੰ ਕਰਨਾ ਸੀ ਨਾ, ਕੀਤਾ ਹੀ ਤੂੰ। ਫਿਰ ਕਵਾਂਗੇ ਨਹੀਂ ਕੀਤਾ। ਪਰ ਜਿਉਂ ਜਿਉਂ ਸਮਾਂ ਵਿਹਾਉਂਦਾ ਜਾਏਗਾ, ਜੇ ਸਮਝ ਆਉਣ ਲੱਗ ਪਏ, ਪਛਤਾਵਾ ਵੱਧਦਾ ਜਾਏਗਾ। ਜੇ ਨਹੀਂ ਹੋ ਸਕਿਆ ਅਤੇ ਜਿਸ ਦਿਨ ਸਰੀਰ ਛੁੱਟੇਗਾ, ਸਿਆਣੇ ਕਹਿੰਦੇ ਨੇ ਜੋ ਮ੍ਰਿਤੂ ਦੇ ਪਲ ਹੁੰਦੇ ਨਾ, ਮੌਤ ਦਾ ਸਮਾਂ, ਆਖਰੀ 5-7 ਮਿੰਟ,
ਹਾਲਾਂਕਿ ਉਸ ਵਕਤ ਜਿਹੜੇ ਅਸੀਂ ਆਸ-ਪਾਸ ਹੁੰਦੇ ਨਾ, ਅਸੀਂ ਭਾਵੁਕਤਾ 'ਚ ਆ ਜਾਂਦੇ, ਰੋਣ ਪਿੱਟਣ ਲੱਗ ਪੈਂਦੇ ਹਾਂ। ਉਹ 5-7 ਪਲ ਉਹਦੇ ਵੇਖਣ ਵਾਲੇ ਹੁੰਦੇ ਨੇ, ਜਿਸ ਦਾ ਸਰੀਰ ਛੁੱਟ ਰਿਹਾ ਹੁੰਦਾ। ਜਦੋਂ ਸਰੀਰ ਛੁੱਟ ਰਿਹਾ ਹੁੰਦਾ ਤਾਂ ਅਸੀਂ ਕਹਿੰਦੇ ਹਾਂ ਛੜੀਆਂ ਮਾਰਦਾ, ਹੱਥ ਪੈਰ ਛਟਪਟਾਉਂਦਾ ਹੈ। 2-3 ਪ੍ਰਕਾਰ ਦੇ ਲੋਕਾਂ ਨੂੰ ਸਰੀਰ ਛੱਡਦਿਆਂ ਦੇਖਿਆ। ਇੱਕ ਉਹ ਬਿਲਕੁਲ ਸ਼ਾਂਤ, ਸਾਇਲੈਂਟ, ਪਤਾ ਹੀ ਨਹੀਂ ਲੱਗਦਾ, ਬਸ ਅੱਖਾਂ ਖੁੱਲ੍ਹਦੀਆਂ ਨੇ ਅਤੇ ਅੱਖਾਂ ਬੰਦ ਹੋ ਜਾਂਦੀਆਂ ਨੇ, ਉਹ ਵੀ ਸਰੀਰ ਛੱਡ ਦਿੰਦੇ ਨੇ, ਕੋਈ ਪੀੜਾ ਹੀ ਨਹੀਂ, ਪੂਰਨ ਚੇਤਨਾ 'ਚ, ਹੋਸ਼ੋ ਹਵਾਸ ਵਿੱਚ। ਅਤੇ ਇੱਕ ਉਹ ਨੇ ਜੋ ਬੜੇ ਔਖੇ ਹੁੰਦੇ ਨੇ, ਜਿਨ੍ਹਾਂ ਦਾ ਦਰਸ਼ਨ ਕਦੇ ਕਰਨਾ ਅਤੇ ਅਸੀਂ 12ਵਾਂ 'ਚ ਕਦੇ ਕਦੇ ਪੜ੍ਹਦੇ ਹੁੰਦੇ ਹਾਂ, ਹੱਥ ਮਰੋੜੇ, ਤਨ ਕਪੇ, ਸਿਆਹੋਂ ਹੋਆ ਸਵੇਤ। ਪਤਾ ਕਿਉਂ ਹੁੰਦਾ ਹੈ? ਉਸ ਵਕਤ ਉਹਨੂੰ ਦਿਸ ਰਿਹਾ ਹੁੰਦਾ। ਸਿਆਣੇ ਮੰਨਦੇ ਨੇ ਕਿ ਮੌਤ ਦੇ ਇਸ ਪਲ 'ਤੇ ਸਾਰੇ ਜੀਵਨ ਦੀ ਇੱਕ ਝਾਂਕੀ ਗੁਜ਼ਰਦੀ ਹੈ। ਤੂੰ ਆਹ ਕੀਤਾ ਅਤੇ ਆ ਦੇਖ, ਆ ਤੂੰ ਕੀਤਾ। ਸ਼ਾਇਦ ਇੱਕ ਸਾਡੇ 'ਚ ਇੱਕ ਰਿਵਾਜ ਹੈ, ਸੁੱਤੇ ਪਏ ਨੂੰ ਨਹੀਂ ਮਾਰਦੇ। ਆ ਪੁਰਾਣਾ ਸੀ ਨਾ, ਜਿਸ ਭਾਵੇਂ ਦੁਸ਼ਮਣੀ ਹੋਵੇ, ਮਾੜੇ ਪੱਧਰ ਦੇ ਲੋਕ ਵੀ ਸਨ, ਫਿਰ ਵੀ ਅਗਰ ਚੇਤਨ ਮਨੁੱਖ ਸਨ ਤਾਂ ਸੁੱਤੇ ਪਏ ਨੂੰ ਨਹੀਂ ਸੀ ਮਾਰਦੇ, ਜਗਾ ਕੇ ਮਾਰਦੇ ਸਨ। ਅਤੇ ਚੇਤਨਾ ਜੰਮ ਵੀ ਜਗਾ ਕੇ ਮਾਰਦਾ, ਜੰਮ ਵੀ ਜਗਾ ਦਿੰਦਾ ਹੈ। ਪਹਿਲਾਂ ਆਉਂਦੇ ਹਲਕਾ ਜਿਹਾ ਡੰਡਾ ਮਾਰਦਾ ਅਤੇ ਫਿਰ ਜਾਗ ਜਾਂਦਾ ਹੈ। ਅਸੀਂ ਸੁਣਿਆ, ਕਹੋ ਕਬੀਰ ਤਬ ਹੀ ਨਰ ਜਾਗੈ, ਜੰਮ ਕਾ ਡੰਡ ਮੂੰਡ ਮੈਂ ਲਾ ਕੇ। ਉਹ ਆਉਂਦਾ ਹੁੱਜ ਮਾਰਦਾ, ਠਕੋਰਦਾ ਹੈ, ਜਾਗ ਜਾਂਦਾ ਮਨੁੱਖ। ਜਿਸ ਜਾਗ ਨੂੰ ਜਗਾਉਣ ਲਈ ਗੁਰਦੇਵ ਬਾਰ-ਬਾਰ ਕਹਿੰਦੇ ਨੇ, ਜਾਗ ਲੈ ਹੋਰੇ ਮਨਾ ਜਾਗ ਲਿਓ। ਇਹੋ ਹੀ ਜਾਗ ਖੁੱਲ੍ਹਣ ਵਾਸਤੇ ਮਹਾਰਾਜ ਕਹਿੰਦੇ ਨੇ। ਪਰ ਨਹੀਂ, ਮਹਾਰਾਜ ਇਸ ਬਚਨ ਸੁਣ ਕੇ ਜਾਗਦਾ, ਜੰਮ ਡੰਡਾ ਮਾਰ ਕੇ ਜਗਾਉਂਦਾ ਹੈ। ਜਗਾ ਕੇ ਕਹਿੰਦਾ, ਦੇਖ ਆ ਤੂੰ ਨਹੀਂ ਕੀਤਾ, ਆ ਕਰਨਾ ਸੀ, ਦੇਖ। ਇੱਕ ਚਲਚਿੱਤਰ ਵਾਂਗ ਸਾਰਾ ਕੁਝ ਅੱਖਾਂ ਦੇ ਸਾਹਮਣੇ ਗੁਜ਼ਰ ਜਾਂਦਾ ਹੈ। ਜਦੋਂ ਗੁਜ਼ਰ ਜਾਂਦਾ ਤਾਂ ਫਿਰ ਪਛਤਾਵਾ ਹੁੰਦਾ, ਤੇ ਕਰਨਾ ਸੀ ਉਹ, ਮੈਂ ਤੇ ਜਪਣਾ ਸੀ, ਜਪ ਨਹੀਂ ਪਾਇਆ। ਉਹਦਾ ਇੱਕ ਬਾਰੀਕ ਜਿਹਾ ਦਰਸ਼ਨ ਆਪਾਂ ਬਾਣੀ ਪੜ੍ਹਦੇ ਪੜ੍ਹਦੇ ਪੜ੍ਹਿਆ ਹੋਣਾ। ਜਦੋਂ ਜਮ ਨੇ ਆ ਕੇ ਜਗਾਇਆ, ਚੱਲ ਵੀ ਚੱਲੀਏ, ਤੇਰਾ ਸਮਾਂ ਮੁੱਕ ਗਿਆ, ਫਿਰ ਤਰਲੇ ਮਾਰਨ ਲੱਗ ਪਿਆ, ਕਰੂੰ ਅਰਦਾਸ ਗਾਵ ਕਿਛ ਬਾਕੀ, ਵੀ ਮੇਰਾ ਕੁਛ ਕੰਮ ਬਾਕੀ ਹੈ। ਲਿਓ ਨਿਬੇੜ ਆਜ ਕੀ ਰਾਤੀ, ਮੈਂ ਬਸ ਸਾਰਾ ਕੰਮ ਅੱਜ ਰਾਤ ਨਿਬੇੜ ਦਿਆਂਗਾ। ਕਰੋ ਅਰਦਾਸ ਗਾਉ ਕਿਛ ਬਾਕੀ, ਲਿਓ ਨਿਬੇੜ ਆਜ ਕੀ ਰਾਤੀ। ਔਰ ਮਹਾਰਾਜ ਨੇ ਸੰਕਲਪ ਰੂਪਕ ਪੜ੍ਹਾ ਕਿਹੜਾ ਦਿੱਤਾ ਹੈ? ਮੰਨ ਲਓ ਕਿਸੇ ਕੋਈ ਪਟਵਾਰੀ, ਹਾਲਾਂਕਿ ਗੱਲ ਬੜੀ ਭਾਰੀ ਹੈ, ਸਮਝਣੀ ਔਖੀ ਹੋ ਜਾਏਗੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਿਤਾ ਜੀ ਪਟਵਾਰੀ, ਸਤਿਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਸਹੁਰਾ ਸਾਹਿਬ ਪਟਵਾਰੀ, ਅਤੇ ਘਰਾਂ ਦੇ ਵਿੱਚ ਪਿੰਡਾਂ ਦੇ ਹਿਸਾਬ ਕਿਤਾਬਾਂ ਦੀ ਗੱਲਾਂ ਅਕਸਰ ਚੱਲਦੀਆਂ ਵੀ ਆਹ ਪਿੰਡਾਂ ਦਾ ਕੰਮ ਬਾਕੀ ਰਹਿ ਗਿਆ, ਜ਼ਮੀਨ ਦੀ ਨਾਪ ਤੋਲ ਗਿਰਦਾਵਰੀ ਬਾਕੀ ਰਹਿ ਗਈ, ਆਹ ਕਰਨੀ ਹੈ। ਉਹੋ ਜਿਹੇ ਸੰਕਲਪਾਂ ਨੂੰ ਅੱਗੇ ਜਾ ਕੇ ਉਭਾਰਿਆ ਜਾਂਦਾ ਹੈ। ਇਹੋ ਜਿਹੇ ਰੂਪਕ ਨੂੰ ਮਹਾਰਾਜ ਨੂੰ ਲਿਖਿਆ। ਮੰਨ ਲਓ ਕਿਸੇ ਪਟਵਾਰੀ ਨੂੰ ਸੁਨੇਹਾ ਆ ਗਿਆ, ਚੱਲੀਏ। ਹੁਣ ਉਹ ਕਹਿੰਦਾ ਵੀ ਮੈਂ ਤਾਂ ਜੇ ਪਿੰਡਾਂ ਦੇ ਗਿਰਦੌਰੀ ਨਹੀਂ ਕੀਤੀ, ਮੈਂ ਤਾਂ ਕੰਮ ਹੀ ਨਹੀਂ ਕੀਤਾ, ਮੈਂ ਤਾਂ ਫਸਲਾਂ ਦਾ ਜੋ 6 ਮਹੀਨੇ ਨਾਪ ਤੋਲ ਕਰਨੀ ਹੁੰਦੀ ਹੈ, ਕਿਹੜਾ ਕੀ ਰਕਬਾ ਸੀ, ਕਿੱਥੇ ਕੀ ਹੋਇਆ ਕੀ ਨਹੀਂ ਹੋਇਆ, ਮੈਂ ਤਾਂ ਲਿਖ ਪੜ੍ਹਤ ਕੀਤੀ ਕੁਝ ਨਹੀਂ। ਮੈਨੂੰ ਇੱਕ ਰਾਤ ਦਾ ਸਮਾਂ ਦੇ ਦਿਓ, ਮੈਂ ਰਾਤੋਂ ਰਾਤ ਬੈਠ ਕੇ ਸਭ ਲਿਖ ਲਵਾਂਗਾ। ਉਹੀ ਕਹਿੰਦਾ, ਕਰੋ ਅਰਦਾਸ ਗਾਉਂ ਕਿਛ ਬਾਕੀ, ਮੇਰੇ ਗਾਉਂ ਹਿੰਦੀ 'ਚ ਕਹਿੰਦੇ ਪਿੰਡ, ਕੁਝ ਪਿੰਡਾਂ ਦਾ ਕੰਮ ਬਾਕੀ ਹੈ। ਲਿਓ ਨਿਬੇੜ ਅੱਜ ਕੀ ਰਾਤੀ, ਬਸ ਅੱਜ ਰਾਤ ਸਮਾਂ ਦੇ ਦਿਓ, ਅੱਜ ਆਪਾਂ ਸਭ ਮੁਕਾ ਲਾਂਗੇ। ਕਿਛ ਵੀ ਖਰਚ ਤੁਮਹਾਰਾ ਸਾਰੋਂ, ਸੁਬਾ ਨਿਵਾਜ ਸਰਾਏ ਗੁਜ਼ਾਰੋਂ। ਆਪਾਂ ਸਵੇਰ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਤੁਰ ਪਾਂਗੇ, ਰਾਹ 'ਚ ਹੀ ਪੜ੍ਹ ਲਾਂਗੇ। ਫਿਰ ਪਛਤਾਵੇ ਆਉਂਦੇ ਨਾ, ਪਰ ਉਹ ਸਮਾਂ ਨਹੀਂ ਦਿੰਦੇ। ਉਹ ਕਹਿੰਦੇ ਚੱਲ ਦਰਹਾਲ ਦੀਵਾਨ ਬੁਲਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਉਹ ਫਿਰ ਉਦੋਂ ਪਛਤਾਵਾ ਹੁੰਦਾ ਹੈ, ਉਦੋਂ ਫਿਰ ਹੱਥ ਮਰੋੜੇ ਤਨ ਕਪੇ ਹੁੰਦੇ ਨੇ। ਅੱਗੇ ਜਾਂਦਾ ਸਿਵਾਏ ਪਛਤਾਵੇ ਤੋਂ ਕੁਛ ਬਾਕੀ ਨਹੀਂ ਰਹਿੰਦਾ। ਮਹਾਰਾਜ ਕਹਿਣ ਲੱਗੇ, ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ। ਆਏ ਨੇ ਗਏ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਪਰ ਪਛਤਾਵਾ ਫਿਰ ਬਾਕੀ ਰਹਿ ਜਾਂਦਾ। ਮਹਾਰਾਜ ਫਿਰ ਕੀ ਕਰੀਏ? ਅਸੀਂ ਤਾਂ ਪਛਤਾਉਣਾ ਨਹੀਂ ਚਾਹੁੰਦੇ। ਅਸੀਂ ਆਸ ਕਰਦੇ ਹਾਂ ਕਿ ਮਹਾਰਾਜ ਸਾਡੇ 'ਤੇ ਕਿਰਪਾ ਹੋਵੇ ਕਿ ਸਾਨੂੰ ਪਛਤਾਉਣਾ ਨਾ ਪਵੇ। ਜਿਵੇਂ ਘਰ ਪਰਿਵਾਰ 'ਚ ਆਪਾਂ ਕਹਿੰਦੇ ਪਛਤਾਉਣਾ ਨਾ ਪਵੇ, ਯਾਦ ਰੱਖਣਾ ਰੂਹਾਨੀ ਮੰਡਲ 'ਚ ਕਦੇ ਖਿਆਲ ਰੱਖਣਾ ਪਛਤਾਉਣਾ ਨਾ ਪਵੇ, ਕਿਉਂਕਿ ਪਛਤਾਵੇ ਦਾ ਨਤੀਜਾ ਕੁਝ ਹੁੰਦਾ ਹੀ ਨਹੀਂ। ਉਸ ਸਿਵਾਏ ਰੋਣ ਹੁੰਦਾ ਹੈ
ਕੋਈ ਨਤੀਜਾ ਤਾਂ ਕੋਈ ਨਿਕਲਣਾ ਨਹੀਂ। ਉਸ ਵਕਤ ਦਾ ਬੀਜਿਆ ਹੋਇਆ ਕਰਮ ਕੋਈ ਉਗਦਾ ਨਹੀਂ। ਇਬਕੇ ਰਾਹੇ ਜੰਮਨ ਨਾਹੀਂ। ਜਦੋਂ ਪਛਤਾਵਾ ਕਰਦੇ ਉਦੋਂ ਕੋਈ ਕਰਮ ਨਹੀਂ ਕਰ ਸਕਦੇ, ਨਾ ਲੈ ਸਕਦੇ ਆ, ਨਾ ਦੇ ਸਕਦੇ ਆ, ਪਛਤਾ ਸਕਦੇ ਆ। ਮਹਾਰਾਜ ਕਹਿੰਦੇ ਫਿਰ ਕੰਮ ਕਰੋ। ਤਿਸ ਮਿਲੀਏ ਸਤਿਗੁਰ ਸੱਜਣੈ। ਜੇ ਤੁਸਾਂ ਪਛਤਾਵੇ ਤੋਂ ਬਚਣਾ ਜੇ ਤੇ ਜਾਓ ਸਤਿਗੁਰੂ ਨੂੰ ਮਿਲੋ। ਮਹਾਰਾਜ ਕਿਸ ਸਤਿਗੁਰੂ ਨੂੰ ਮਿਲੀਏ? ਇੱਥੇ ਤੇ ਹਰ ਤੀਜੇ ਥਾਂ ਤੇ ਸਤਿਗੁਰੂ ਬਣ ਬੈਠੇ ਨੇ। ਇੱਥੇ ਬਹੁਤ ਲੋਕ ਆਪਣੇ ਆਪ ਨੂੰ ਗੁਰੂ 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 ਕਹਿਲਵਾ ਰਹੇ ਨੇ, ਕਹਿਣ ਲੱਗੇ ਨਹੀਂ ਪਹਿਚਾਣ ਕੀਦੇ ਨੇ। ਤਿਸ ਮਿਲੀਏ ਸਤਿਗੁਰ ਸੱਜਣੈ। ਉਸ ਸਤਿਗੁਰੂ ਸੱਜਣ ਨੂੰ ਮਿਲੋ ਜਿਸ ਅੰਤਰ ਹਰ ਗੁਣਕਾਰੇ, ਜਿਸ ਦੇ ਅੰਦਰ ਹਰੀ ਹੈ, ਜਿਸ ਦੇ ਅੰਦਰ ਤੇ ਬਾਹਰ ਪ੍ਰਮਾਤਮਾ ਹੀ ਪ੍ਰਮਾਤਮਾ ਹੈ, ਉਸ ਸਤਿਗੁਰੂ ਨੂੰ ਮਿਲੋ। ਤੇ ਉਹ ਸਤਿਗੁਰੂ ਕੌਣ ਹੈ? ਜਿਸ ਅੰਤਰ ਹਰ ਗੁਣਕਾਰੀ, ਜਿਹਦੇ ਅੰਦਰ ਗੁਣਕਾਰੀ ਪ੍ਰਮਾਤਮਾ ਹੈ। ਯਾਦ ਰੱਖਣਾ, ਦੁਨੀਆ 'ਚ ਲੱਭਦੇ ਫਿਰ ਬਹੁਤ ਸਾਰੇ ਆਪਣੇ ਆਪ ਨੂੰ ਗੁਰੂ ਬਣ ਕੇ ਬੈਠੇ ਨੇ। ਹੋਣਗੇ ਚੰਗੇ, ਅਸੀਂ ਬੁਰਾ ਨਹੀਂ ਕਹਿੰਦੇ ਉਹਨਾਂ ਨੂੰ, ਪਰ ਉਹਨਾਂ ਦੇ ਅੰਦਰ ਬਾਹਰ ਕੀ ਪ੍ਰਮਾਤਮਾ ਹੈ? ਉਹਨਾਂ ਨੇੜੇ ਜਾ ਕੇ ਦੇਖੇ ਤਾਂ ਲਾਲਚੀ ਹੈ, ਉੱਥੇ ਤੇ ਮੋਹ ਵਰਤ ਰਹੇ ਹੈ, ਉੱਥੇ ਤੇ ਮੇਰੇ ਵਰਤ ਰਹੇ ਨੇ। ਨਹੀਂ, ਫਿਰ ਉਹ ਗੁਰੂ ਸ਼ਬਦ ਹੈ, ਉਹ ਜਿਸ ਦੇ ਵਿਚਾਰ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਅੰਦਰ ਅੰਮ੍ਰਿਤ ਹੈ। ਆਪਾਂ ਬਾਣੀ ਪੜ੍ਹਦੇ ਹਾਂ, ਸ਼ਬਦ ਸਰੂਪ ਹੈ। ਸ਼ਬਦ ਸਰੂਪ ਦੇ ਵਿੱਚ ਕੀ ਹੈ? ਗਿਆਨ ਹੈ, ਵਿਚਾਰ ਹੈ। ਇਹਦੇ 'ਚ ਗਿਆਨ ਵਿੱਚ ਕੀ ਹੈ? ਅੰਮ੍ਰਿਤ ਹੈ। ਤਾਈਓ ਤੇ ਕਹਿੰਦੇ ਨੇ ਵਿੱਚ ਬਾਣੀ ਅੰਮ੍ਰਿਤ ਸਾਰੇ। ਅੰਮ੍ਰਿਤ ਹੀ ਪ੍ਰਮਾਤਮਾ ਹੈ, ਪ੍ਰਮਾਤਮਾ ਹੀ ਅੰਮ੍ਰਿਤ ਹੈ, ਨਾਮ ਹੀ ਅੰਮ੍ਰਿਤ ਹੈ, ਅੰਮ੍ਰਿਤ ਹੀ ਨਾਮ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਅਤੇ ਅੰਮ੍ਰਿਤ ਅਤੇ ਨਾਮ ਇਹ ਦੋਨੋਂ ਹੈ ਕਿੱਥੇ? ਦੋਨੋਂ ਸ਼ਬਦ ਵਿੱਚ ਨੇ। ਇਸ ਕਰਕੇ ਗੁਰੂ ਕੋਲ ਆਓ ਜਿਸ ਅੰਤਰ ਹਰ ਗੁਣਕਾਰੀ। ਫਿਰ ਕਹਿੰਦੇ ਤਿਸ ਮਿਲੀਏ ਸਤਿਗੁਰ ਪ੍ਰੀਤਮੈ। ਆਪਣੇ ਪ੍ਰੀਤਮ ਸਤਿਗੁਰ ਨੂੰ ਮਿਲੋ। ਮਹਾਰਾਜ ਕੀ ਪਹਿਚਾਣ ਹੈ? ਕਿੱਦਾਂ ਲਿਖਣ ਲੱਗੇ, ਜਿਨ ਹਉਮੈ ਵਿੱਚੋਂ ਮਾਰੀ। ਜਿਹਦੇ ਨਾਲ ਮਿਲਦਿਆਂ ਹੀ ਹਉਮੈ ਮਰ ਜਾਏ। ਪਹਿਚਾਣ ਹੀ ਇਹ ਨਾ ਕਿ ਜਿਸ ਨੂੰ ਮਿਲੇ ਤੇ ਸਾਡੀ ਹਉਮੈ ਮਰ ਜਾਏ। ਜਿਵੇਂ ਡਾਕਟਰ ਦੀ ਪਹਿਚਾਣ ਕੀ ਹੈ ਕਿ ਉਹਨੇ ਕੋਲ ਚਿੱਟਾ ਕੋਟ ਪਾਇਆ ਤੇ ਡਾਕਟਰ ਹੈ? ਨਹੀਂ, ਜਿਸ ਡਾਕਟਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿੱਚ ਕੁਝ ਸਮੇਂ ਬਾਅਦ ਸਾਡੀ ਬਿਮਾਰੀ ਖਤਮ ਹੋ ਜਾਏ, ਉਹ ਡਾਕਟਰ ਹੈ। ਨਹੀਂ ਤੇ ਘਰ ਜਿਹਨੂੰ ਮਰਜ਼ੀ ਚਿੱਟਾ ਕੋਟ ਬਾਜ਼ਾਰ 'ਚੋਂ ਮਿਲਦਾ ਕਾ ਪਾ ਦਿਓ। ਡਾਕਟਰ ਤਾਂ ਉਹੀ ਹੈ ਨਾ ਜੋ ਸਾਡੇ ਸੰਪਰਕ ਵਿੱਚ ਹੋਵੇ। ਅਸੀਂ ਜਿਸ ਨੂੰ ਜਾ ਕੇ ਮਿਲੀਏ ਅਤੇ ਕੁਝ ਸਮੇਂ ਬਾਅਦ ਅਸੀਂ ਬਾਹਰ ਆ ਕੇ ਲੋਕਾਂ ਨੂੰ ਦੱਸਿਆ ਕਿ ਦੇਖੋ ਜੀ ਮੇਰੀ ਬਿਮਾਰੀ ਖਤਮ। ਕਿਹਨੇ ਖਤਮ ਕੀਤੀ? ਇਸ ਡਾਕਟਰ ਨੇ ਖਤਮ ਕਰਤੀ, ਕਿਉਂਕਿ ਡਾਕਟਰ ਦਾ ਕੰਮ ਬਿਮਾਰੀ ਖਤਮ ਕਰਨਾ ਹੈ। ਇਸੇ ਤਰ੍ਹਾਂ ਗੁਰੂ ਪਹਿਚਾਣ ਕੀ ਹੈ? ਜਿਸ ਨੂੰ ਮਿਲੇ ਅਤੇ ਕੁਝ ਸਮੇਂ ਬਾਅਦ ਮਨੁੱਖ ਦੇ ਅੰਦਰੋਂ ਹਉਮੈ ਮਰ ਜਾਏ। ਅਸੀਂ ਤੁਸੀਂ ਇੱਕ ਦੂਜੇ ਨੂੰ ਕਿੱਦਾਂ ਪਛਾਣੀਏ? ਲਿਬਾਸਾਂ ਤੋਂ, ਕੱਪੜਿਆਂ ਤੋਂ ਨਹੀਂ। ਕਿ ਸਤਸੰਗੀ ਹੈ, ਪਹਿਚਾਣ ਕੀ ਕਰੀਏ? ਕਿ ਇਹਦੇ ਕੋਲ ਖੇੜਾ ਵੱਧ ਗਿਆ, ਬਸ ਇਤਨੀ ਕੋ ਪਹਿਚਾਣ ਜੇ। ਸਤਸੰਗੀ ਦੇ ਕੋਲ ਖੇੜਾ ਹੋਣਾ ਚਾਹੀਦਾ, ਆਨੰਦ, ਜਿਸ ਦੇ ਕੋਲ ਬੈਠ ਕੇ ਆਨੰਦ ਆਵੇ, ਜਿਹਦੇ ਕੋਲ ਬੈਠਣ ਨੂੰ ਚਿੱਤ ਕਰੇ, ਜਿਹਦੇ ਕੋਲ ਬੈਠਣ ਦੇ ਵਿੱਚ ਤੁਹਾਨੂੰ ਸਰੂਰ ਜਿਹਾ ਲੱਗੇ। ਚੰਗਾ ਨਹੀਂ ਭਾਈ, ਸੰਗਤੀ ਹੈ। ਅਤੇ ਜਿਹਦੇ ਕੋਲ ਬੈਠ ਕੇ ਨਿੰਦਾ, ਚੁਗਲੀ, ਈਰਖਾ, ਦਵੈਸ਼, ਕ੍ਰੋਧ, ਮੈਂ ਦੀਆਂ ਗੱਲਾਂ ਹੁਣ ਉਹਦੇ ਕੋਲ ਬੈਠ ਕੇ ਕੀ ਲੈਣਾ? ਉਹ ਤੋਂ ਤਾਂ ਜਿੰਨਾ ਦੂਰ ਚਲੇ ਜਾਈਏ ਉਹਨਾਂ ਚੰਗਾ। ਸਾਕਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ। ਭੱਜ ਜੋ ਦੂਰ, ਬਚ ਜੋ ਆਪਣੇ ਆਪ ਬਚਾ ਸਕਦੇ ਹੋ। ਤੇ ਮਹਾਰਾਜ ਕਹਿ ਲੱਗੇ ਸਤਿਗੁਰੂ ਉਹ ਜਿਸ ਨਾਲ ਮਿਲਦੇ ਆ ਹਉਮੈ ਮਿਟੇ। ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ। ਉਹ ਸਤਿਗੁਰ ਪੂਰਨ ਤੌਰ 'ਤੇ ਧਨੰਤਾ ਯੋਗ ਹੈ, ਧਨ ਧਨ ਹੈ। ਜਿਨ੍ਹਾਂ ਨੇ ਕੀ ਕੀਤਾ ਹੈ? ਜਿਨ ਹਰ ਉਪਦੇਸ਼ ਦੇ, ਜਿਹਨੇ ਉਪਦੇਸ਼ ਦਿੱਤਾ, ਹਰੀ ਦਾ ਉਪਦੇਸ਼ ਦਿੱਤਾ, ਅਤੇ ਸਭ ਸ੍ਰਿਸ਼ਟ ਸਵਾਰੀ, ਸਾਰੀ ਸ੍ਰਿਸ਼ਟੀ ਨੂੰ ਜੀਵਨ ਦਾ ਰਾਹ ਦੇ ਦਿੱਤਾ, ਉਹ ਸਤਿਗੁਰੂ ਹੈ। ਸਤਿਗੁਰੂ ਦਾ ਸਰੂਪ ਹੀ ਹੈ ਕਿ ਸਤਿਗੁਰ ਦੇ ਕੋਲ ਕੋਈ ਵੀ ਆਵੇ, ਕਿਸੇ ਜਾਤੀ ਦਾ, ਕਿਸੇ ਧਰਮ ਦਾ, ਕਿਸੇ ਸੰਪਰਦਾ ਦਾ, ਕਿਉਂਕਿ ਸਤਿਗੁਰੂ ਕੋ ਵੱਖਰੇ ਧਰਮ ਨਹੀਂ ਚਲਾਉਂਦੇ, ਸਤਿਗੁਰੂ ਕੋ ਵੱਖਰੇ ਰਾਹ ਨਹੀਂ ਚਲਾਉਂਦੇ। ਸਤਿਗੁਰੂ ਸਿਰਫ ਇਹ ਕਹਿੰਦੇ, ਪਿਆਰਿਓ ਤੁਸੀਂ ਜਿੱਥੇ ਬੈਠੇ ਹੋ, ਜਿਸ ਵੀ ਥਾਂ 'ਤੇ ਹੋ, ਸਤ ਅਪਣਾ ਲਓ। ਇਸੇ ਕਰਕੇ ਗੁਰੂ ਦੇ ਸਿੱਖਾਂ ਵਿੱਚ, ਗੁਰੂ ਸਾਹਿਬ ਦੀ ਸੰਗਤ ਵਿੱਚ ਹਿੰਦੂ ਵੀ ਆਉਂਦਾ ਹੈ, ਮੁਸਲਮਾਨ ਵੀ ਆਉਂਦਾ ਹੈ, ਈਸਾਈ ਵੀ ਆਉਂਦਾ ਹੈ, ਜੈਨੀ, ਬੋਧੀ, ਪਾਰਸੀ ਵੀ ਆਉਂਦਾ ਹੈ। ਕਿਉਂਕਿ ਇਹ ਤਾਂ ਕਹਿੰਦੇ ਨੇ ਵੀ ਤੂੰ ਨਮਾਜ਼ ਨਾ ਪੜ੍ਹਿਆ ਕਰ, ਨਹੀਂ ਪੜ੍ਹ ਲਿਆ ਕਰ। ਇਹ ਤਾਂ ਕਹਿੰਦੇ ਨੇ ਤੂੰ ਮੰਦਰ ਨਾ ਜਾਇਆ ਕਰ, ਜਾਇਆ ਕਰ, ਪਰ ਸਤ ਸਵੀਕਾਰ ਕਰਿਆ ਕਰ। ਗੁਰੂ ਨਾਨਕ ਪਾਤਸ਼ਾਹ ਸਾਖੀਆਂ ਅਸੀਂ ਪਿਛਲੇ ਦਿਨ ਵਾਚ ਰਹੇ ਸ਼ਾਮ ਨੂੰ,
ਪਤਾ ਲੱਗਦਾ ਹੌਲੀ ਹੌਲੀ ਜਿਉਂ-ਜਿਉਂ ਦੁਬਾਰਾ ਅਸੀਂ ਬੈਠ ਕੇ ਅਧਿਐਨ ਕਰਦੇ ਹਾਂ। ਮੁੱਲਾ ਆ ਕੇ ਮਹਾਰਾਜ ਨਾਲ ਸੰਵਾਦ ਕਰਦਾ ਏ ਅਤੇ ਮਹਾਰਾਜਾ ਸਿੱਖ ਹੋ ਕੇ ਜਾਂਦਾ ਹੈ। ਯਾਦ ਰੱਖਣਾ, ਉਹ ਨਮਾਜ਼ ਤੇ ਪੜ੍ਹਦਾ ਰਿਹਾ, ਪਹਿਲਾਂ ਨਮਾਜ਼ ਪੜ੍ਹਦਾ ਰਿਹਾ ਬਾਅਦ ਵਿੱਚ, ਪਰ ਗੁਰੂ ਨਾਨਕ ਦਾ ਸਿੱਖ ਹੋ ਗਿਆ। ਵੱਡੇ ਵੱਡੇ ਪੰਡਤ, ਵਕਤ ਦੇ ਆਗੂ ਪੰਡਤ, ਜਿਹੜੇ ਆਪਣੇ ਖੇਤਰ ਦੇ ਮੰਨੇ ਪਰਮੰਨੇ ਵਿਦਵਾਨ ਸਨ, ਪੰਡਤ ਹਰਦਿਆਲ ਜੀ ਵਰਗੇ, ਪੰਡਤ ਸ਼ਿਆਮ ਜੀ ਵਰਗੇ, ਪੰਡਤ ਗੋਪਾਲ ਜੀ ਵਰਗੇ, ਪੰਡਤ ਬ੍ਰਿਜਲਾਲ ਜੀ ਵਰਗੇ, ਸਾਰੇ ਗੁਰੂ ਨਾਨਕ ਦੇ ਸਿੱਖ ਨੇ। ਮੌਲਵੀ ਕੁਤੁਬਉਦੀਨ ਜੀ ਵਰਗੇ, ਯਾਰ ਖਾਨ ਵਰਗੇ, ਸਾਰੇ ਗੁਰੂ ਨਾਨਕ ਦੇ ਸਿੱਖ ਨੇ। ਬਾਅਦ ਵਿੱਚ ਜਾ ਕੇ ਦੇਖਿਆ ਨਵਾਬ ਦੌਲਤ ਖਾਂ ਵਰਗੇ, ਰਾਏ ਬੁਲਾਰ ਵਰਗੇ ਨਮਾਜ਼ ਪੜ੍ਹਨ ਵਾਲੇ ਵੀ ਗੁਰੂ ਨਾਨਕ ਦੇ ਸਿੱਖ ਨੇ। ਇਹ ਠੀਕ ਹੈ ਕਿ ਹਰ ਇੱਕ ਨੂੰ ਹੱਕ ਹੈ, ਪਹਿਲਾਂ ਉਹ ਨਹੀਂ ਸਮਝ ਆਈ, ਪਹਿਲਾਂ ਆਪਣੀ ਗੱਲ ਕਰੇ, ਪਰ ਫਿਰ ਗੁਰੂ ਨਾਨਕ ਕਿਰਪਾ ਕਰਦੇ ਨੇ ਅਤੇ ਗੁਰੂ ਨਾਨਕ ਦੀ ਕਿਰਪਾ ਨੂੰ ਸਵੀਕਾਰ ਕਰ ਲੈ। ਸਾਨੂੰ ਤਾਂ ਇੱਕ ਹੋਰ ਮਾਣ ਮਿਲਿਆ, ਉਹਨਾਂ ਮਾਪਿਆਂ ਦੇ ਘਰ ਜਨਮ ਮਿਲਿਆ ਜਿਹੜੇ ਗਾਹੇ ਬਗਾਹੇ ਬਾਣੀ ਪੜ੍ਹਦੇ ਸਨ, ਜਿਹੜੇ ਮਹਾਰਾਜ ਦੀ ਸੰਗਤ ਸਾਨੂੰ ਕਦੇ ਉਂਗਲੀ ਲਾ ਕੇ ਲੈ ਕੇ ਆਏ ਨੇ। ਉਹਨਾਂ ਦੀ ਬਦੌਲਤ ਆਪਾਂ ਬੈਠੇ ਆ, ਉਹਨਾਂ ਦੀ ਹੀ ਕਿਰਪਾ ਦੇ ਸਦਕੇ, ਉਹਨਾਂ ਦੀ ਹੀ ਮਿਹਨਤ ਮੁਸ਼ੱਕਤ ਦੇ ਨਾਲ ਆ ਥਾਂ ਮਿਲੇ ਨੇ। ਜੇ ਆਪਣੇ ਵੱਲ ਦੇਖੀਏ ਤਾਂ ਅਸਾਂ ਕਿੰਨਾ ਕੁ ਕੀਤਾ ਹੈ ਜੀ, ਅਸਾਂ ਤਾਂ ਸ਼ਾਇਦ ਉਹਨੂੰ ਜਾਪੀ ਨਹੀਂ ਕੀਤਾ। ਅਸੀਂ ਸਵੈ ਤਰਕ ਟਿੱਪਣੀ ਤੋਂ ਕੁਝ ਬਹੁਤਾ ਖਟਿਆ ਨਹੀਂ ਅਜੇ। ਗੁਰਦੇਵ ਕਿਰਪਾ ਕਰਨ ਸਾਡਾ ਮਨ ਸ਼ਾਂਤ ਹੋਵੇ, ਅਸੀਂ ਬਾਣੀ ਪੜ੍ਹੀਏ, ਜਦੋਂ ਇੱਥੋਂ ਉੱਠ ਕੇ ਜਾਈਏ ਅਤੇ ਸਾਡੇ ਬੋਲ ਬਾਣੀ ਸਹਿਜ ਸ਼ਾਂਤੀ ਅਡੋਲਤਾ ਟਿਕਾਓ ਹੋਵੇ ਅਤੇ ਪਤਾ ਲੱਗੇ ਹਾਂ ਭਾਈ ਇਹ ਕਿਤੇ ਉਹ ਸੰਗਤ 'ਚੋਂ, ਜਿਵੇਂ ਕਿਸੇ ਬਗੀਚੇ 'ਚੋਂ ਕੋਈ ਹੋ ਕੇ ਆਵੇ ਅਤੇ ਸੁੱਤੇ ਸਿੱਧ ਉਹਦੇ ਬਸਤਰਾਂ 'ਚੋਂ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ। ਜੇ ਕਿਤੇ ਮਾੜੇ ਥਾਂ ਤੋਂ ਰੁੜੀ ਦੇ ਢੇਰ ਤੋਂ ਹੋ ਕੇ ਆਏਗਾ ਤਾਂ ਉਹਦੇ ਆਲੇ ਤੋਂ ਬਦਬੂ ਆਏਗੀ। ਇੱਥੋਂ ਹੋ ਕੇ ਜਾਏਗਾ ਅਤੇ ਇਹਦੇ ਕੋਲੋਂ ਗੁਰੂ ਨਾਨਕ ਦੀ ਬਾਣੀ ਦੀ ਖੁਸ਼ਬੂ ਆਉਣੀ ਚਾਹੀਦੀ ਹੈ। ਗੁਰੂ ਨਾਨਕ ਬਾਣੀ ਦਾ ਉਪਦੇਸ਼ ਨਿਕਲਣਾ ਚਾਹੀਦਾ ਹੈ। ਇੱਥੇ ਗਾਲੀ ਗਲੌਜ ਨਹੀਂ, ਨਿੰਦਾ ਚੁਗਲੀ ਈਰਖਾ ਨਹੀਂ, ਇੱਥੇ ਮਿਠਾਸ ਅਤੇ ਪਿਆਰ ਆਪਣਤਵ ਨਿਕਲਣਾ ਚਾਹੀਦਾ ਹੈ। ਤਦ ਸੰਗਤ ਸੰਗੀਏ, ਅਸੀਂ ਘਰ ਪਰਿਵਾਰ 'ਚ ਜਾਈਏ, ਨਿੱਕੇ ਨਿੱਕੇ ਨਿਆਣੇ ਸਾਡੇ ਤੋਂ ਡਰ ਕੇ ਦੂਰ ਨਾ ਭੱਜਣ, ਬਲਕਿ ਚਾਅ ਕਰਕੇ ਆਉਣ ਵੀ ਆਏ ਹਾਂ ਕਿ ਸਾਡੇ ਘਰ ਦਾ ਬਜ਼ੁਰਗ ਗੁਰਦੁਆਰੇ ਹੋ ਕੇ ਆਇਆ, ਇਹ ਤੋਂ ਪ੍ਰਸਾਦ ਮਿਲੇਗਾ, ਇਹ ਤੋਂ ਕਿਰਪਾ ਮਿਲੇਗੀ, ਇਹ ਤੋਂ ਕੁਛ ਮਿਲੇਗਾ। ਸਤਿਗੁਰ ਕਹਿਣ ਲੱਗੇ, ਗੁਰੂ ਨਾਨਕ ਨੇ, ਗੁਰੂ ਨੇ ਤੇ ਸਾਰੀ ਸ੍ਰਿਸ਼ਟੀ ਨੂੰ ਸਵਾਰ ਦਿੱਤਾ ਹੈ। ਅਸੀਂ ਪੜ੍ਹਦੇ ਹਾਂ ਕਿਤੇ ਸਮਝ ਸਕੀਏ ਗੁਰਬਾਣੀ ਦਾ ਉਪਦੇਸ਼ ਕਿੰਨਾ ਵੱਡਾ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਇਹ ਤੇ ਪਸ਼ੂ ਤਰ ਗਏ, ਪ੍ਰੇਤ ਤਰ ਗਏ। ਇਹ ਪਸ਼ੂ ਪ੍ਰੇਤ ਦਾ ਭਾਵ ਉਹ ਬਿਰਤੀਆਂ ਤਰ ਗਈਆਂ। ਅਸੀਂ ਦੇਖਿਆ ਕੌਡੇ ਵਰਗੀਆਂ ਬਿਕਸ਼ੀਆਂ ਜੋ ਮਨੁੱਖਾਂ ਨੂੰ ਮਾਰ ਕੇ ਖਾ ਜਾਂਦੀਆਂ ਨੇ, ਮਾਰ ਕੇ ਖਾ ਜਾਂਦੇ ਨੇ, ਉਹ ਤਰ ਗਏ। ਉਹ ਸੱਜਣ ਜਿਨ੍ਹਾਂ ਨੇ ਧਾਰਮਿਕ ਦੇ ਲਿਬਾਸ ਪਾਏ ਨੇ ਅਤੇ ਬੰਦਿਆਂ ਨੂੰ ਮਾਰ ਕੇ ਖੂਹ 'ਚ ਸੁੱਟ ਦਿੰਦੇ ਨੇ, ਉਹਨਾਂ ਦਾ ਧਨ ਲੁੱਟ ਲੈਂਦੇ ਨੇ, ਉਹ ਬਦਲ ਗਏ ਨੇ। ਨੂਰ ਸ਼ਾਹ ਜੋ ਕੁਝ ਜਾਦੂਈ ਤਾਕਤਾਂ ਦੇ ਨਾਲ ਚੰਗੇ ਭਲੇ ਬੰਦਿਆਂ ਨੂੰ ਪਸ਼ੂ ਬਣਾ ਦਿੰਦੀ ਹੈ, ਦਰਅਸਲ ਦੀ ਬਿਰਤੀ ਪਸ਼ੂ ਵਾਲੀ ਹੋ ਗਈ ਹੈ, ਉਹਨੂੰ ਤਾਰ ਦਿੱਤਾ ਹੈ। ਇਹ ਸਾਰੇ ਗੁਰੂ ਨਾਨਕ ਨੇ ਤਾਰੇ ਨੇ, ਗੁਰੂ ਨੇ ਤਾਰੇ ਨੇ। ਇਹ ਤੇ ਗੁਰੂ ਸਾਨੂੰ ਮਿਲੇ, ਤਾਂ ਕਹਿੰਦੇ ਨੇ ਇਸ ਗੁਰੂ ਨੂੰ ਮਿਲ ਜਿਸ ਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਸਵਾਰਤਾ ਹੈ, ਜਿਹਨੇ ਪੱਥਰਾਂ ਨੂੰ ਉਤਾਰਤਾ, ਜਿਨ੍ਹਾਂ ਦੇ ਹੱਥ ਪਾਵਨ ਕਰ ਕਮਲਾਂ ਦੀ ਸ਼ੋਅ ਜੇ ਪੱਥਰਾਂ 'ਤੇ ਲੱਗ ਗਈਏ ਅਤੇ ਪੱਥਰਾਂ 'ਤੇ ਨਿਸ਼ਾਨ ਬਣ ਗਏ ਨੇ। ਅਹੰਕਾਰ ਅਤੇ ਕਠੋਰ ਬਿਰਤੀਆਂ ਦੇ ਵਲੀ ਕੰਧਾਰੀ ਨੂੰ ਗੁਰੂ ਨਾਨਕ ਦੀ ਨਿਗਾਹ ਨੇ ਤਾਰ ਦਿੱਤਾ ਹੈ। ਗੁਰਦੇਵ ਕਿਰਪਾ ਕਰਨ, ਅਸੀਂ ਤਰਲਾ ਕਰੀ ਮਹਾਰਾਜ ਮੇਰੇ 'ਤੇ ਵੀ ਕਿਤੇ ਪਿਆਰ ਭਰੀ ਨਿਗਾਹ ਪਾ ਦਿਓ, ਜੋ ਤੁਸਾਂ ਕਦੇ ਵਲੀ ਕੰਧਾਰੀ 'ਤੇ ਪਾਈ, ਜੋ ਤੁਸਾਂ ਕਿਤੇ ਹਮਜਾ ਗੌਂਸ 'ਤੇ ਪਾਤੀ, ਜੋ ਤੁਸਾਂ ਕਿਤੇ ਵੱਡੇ ਵੱਡੇ ਸਾਧੂਆਂ 'ਤੇ ਵੱਡੇ ਵੱਡੇ ਜੋਗੀਆਂ 'ਤੇ ਪਾ ਦਿੱਤੀ, ਉਹਨਾਂ ਦਾ ਮਨ ਬਦਲ ਗਿਆ, ਸਾਡੇ 'ਤੇ ਵੀ ਪਾ ਦਿਓ। ਅਸੀਂ ਵੀ ਤੇਰੇ ਦਰ 'ਤੇ ਇਸੇ ਕਰਕੇ ਗਿਆਨੀ ਧਿਆਨੀ ਨਹੀਂ ਹਾਂ, ਅਸੀਂ ਬਹੁਤ ਪੂਜਾ ਪਾਠ ਕਰਨ ਵਾਲੇ ਨਹੀਂ ਹਾਂ, ਪਰ ਮਹਾਰਾਜ ਤੇਰੇ ਹੈ, ਬੁਰੇ ਭਲੇ ਹਮ ਥਾਰੇ। ਮਹਾਰਾਜ ਕਹਿਣ ਲੱਗੇ, ਆਓ ਤੀਸਰੇ ਪਾਤਸ਼ਾਹ ਕਹਿਣ ਲੱਗੇ, ਜਾਓ ਉਹਨਾਂ ਦੇ ਕੋਲ ਚੌਥੇ ਪਾਤਸ਼ਾਹ ਦੇ ਰੂਪ 'ਚ ਇਕੱਠੇ ਹੋ ਕੇ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਵਾਰ ਦਿੱਤਾ ਹੈ, ਕੀ ਕਰੀਏ ਜਾ ਕੇ? ਕਹਿਣ ਲੱਗੇ, ਨਿਤ ਜਪਿਓ ਸੰਤੋ ਰਾਮ ਨਾਮ, ਉਹ ਪਿਆਰਿਓ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਜੇ ਆਪਣਾ ਪਾਰ ਉਤਾਰਾ ਕਰਨਾ ਜੇ ਆਪਣੇ ਪਛਤਾਵਿਆਂ ਤੋਂ ਬਚਣਾ ਜੇ, ਤੇ ਪਰਮਾਤਮਾ ਦਾ ਨਾਮ ਜਪਿਆ ਕਰੋ। ਨਿਤ ਜਪਿਓ ਸੰਤੋ ਰਾਮ ਨਾਮ ਭੌਜਲ ਬਿਖਤਾਰੀ, ਇਹ ਵਾਹਿਗੁਰੂ ਵਾਹਿਗੁਰੂ ਜਪੋਗੇ, ਇਹਦੇ ਸਦਕੇ ਹੀ ਭੌਜਲ ਤੋਂ ਤਰਨ ਦਾ ਸਾਧਨ ਬਣ ਜਾਏਗਾ, ਤਾਰੀ ਇਹ ਬੇੜੀ ਬਣ ਜਾਏਗੀ, ਕਿਉਂਕਿ ਗੁਰੂ ਤੁਲਹਾ ਹੈ, ਗੁਰ ਬੇੜੀ ਹੈ, ਗੁਰੂ ਹਰਿ ਨਾਮ ਸਭ ਕੁਝ ਬਣ ਜਾਂਦਾ ਹੈ। ਗੁਰ ਪੂਰੇ ਹਰ ਉਪਦੇਸ਼ਿਆ, ਜਦੋਂ ਗੁਰੂ ਕੋ ਆਈਦਾ ਗੁਰੂ ਉਪਦੇਸ਼ ਦਿੰਦੇ ਨੇ, ਅਤੇ ਇਸ ਕਰਕੇ
ਗੁਰ ਵੇਟੜਾ ਹਉ ਸਦਵਾਰੀ, ਕਿਲ ਕੇ ਮੈਂ ਤੇ ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਵਾਰਨੇ ਬਲਿਹਾਰ ਜਨੇ ਹਉ ਵਾਰੀ ਵੰਝਾ, ਖਨੀਏ ਵੰਝਾ ਤਉ ਸਾਹਿਬ ਕੇ ਨਾਵੇ। ਗੁਰਦੇਵ ਕਿਰਪਾ ਕਰਨ ਅਸੀਂ ਕਹਿ ਸਕੀਏ ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਤੂੰ ਠਾਕੁਰੋ ਬੈਰਾਗਰੋ ਹੈ, ਤੂੰ ਬਹੁਤ ਵੱਡਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾ ਸਕੀਏ, ਵਾਰਨੇ ਜਾ ਸਕੀਏ, ਸਾਨੂੰ ਬਖਸ਼ਿਸ਼ਾਂ ਪ੍ਰਾਪਤ ਹੋਣ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।